ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਸ ਬੋਲੇ। ਬਾਣੀ ਗੁਰੂ ਗੁਰ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਤਖ ਗੁਰੂ ਨਿਸਤਾਰੇ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਛਪੈ ਛੰਦ ਤੋ ਪ੍ਰਸਾਦ, ਚੱਕਰ ਚਿਹਨ ਅਰ ਬਰਨ ਜਾਤ। ਆਰ ਪਾਤ ਨਹਿਨ ਜਿਹ, ਰੂਪ ਰੰਗ ਅਰ ਰੇਖ ਭੇਖ। ਕੋ ਕਹੇ ਨਾ ਸਕਤ ਕਿਹ, ਚੱਕਰ ਚਿਹਨ ਅਰ ਬਰਨ ਜਾਤ। ਆਰ ਪਾਤ ਨਹਿਨ ਜਿਹ। ਪਤਿਤ ਪਾਵਨ ਭਗਤ ਵਤਸਲ, ਕਿਰਪਾ ਨਿਧਾਨ ਦਸਾਂ ਪਾਤਸ਼ਾਹੀ ਗੋਤ। ਤਖਤ ਚਵਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਐਸੇ ਮਹਾਪੁਰਸ਼ ਧੰਨ ਬਾਬਾ ਜਵਾਹਰ ਦਾਸ ਜੀ ਸੂਸਾਂ ਵਾਲੇ, ਤਿਨਾਂ ਦੇ ਪਵਿੱਤਰ ਸਥਾਨ ਉੱਪਰ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਰਬੱਤ ਸੰਗਤ ਰਸਨਾ ਕਰੋ ਪਵਿੱਤਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਾਵਨ ਪਵਿੱਤਰ ਸੰਗਰਾਂਦ ਦਾ ਵੀ ਦਿਹਾੜਾ ਹੈ, ਔਰ ਨਾਲ ਨਾਲ
ਸ੍ਰੀ ਜਾਪ ਸਾਹਿਬ ਜੀ ਦੀ ਕਥਾ ਆਪ ਸੰਗਤ ਬੜੇ ਪ੍ਰੇਮ ਦੇ ਨਾਲ ਸ਼ਰਵਣ ਕਰਦੇ ਹੋ। ਛੰਦ ਦੀ ਕਥਾ ਆਰੰਭ ਹੋਣ ਜਾ ਰਹੀ ਹੈ। ਛੰਦ ਤੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਕੁਲ ਦੇ ਮਹਾਂ ਹੋਏ ਨੇ, ਜਿਨ੍ਹਾਂ ਨੇ ਆਪਣੀ ਛੰਦਾਬੰਦੀ ਵਿੱਚ ਦਰਜ ਕੀਤੀ ਹੈ, ਉਹ ਇੱਥੇ ਛਪੈ ਛੰਦ ਦੀ ਵਰਤੋਂ ਕਰਦੇ ਨੇ। ਪਿੰਗਲ ਅਨੁਸਾਰ ਜਿਹਦੇ ਖੱਟ ਪਾਦ ਹੋਣ ਉਹਨੂੰ ਛਪੈ ਛੰਦ ਕਿਹਾ ਜਾਂਦਾ ਹੈ। ਅੱਡ ਅੱਡ ਮਾਤਰਾ ਦੇ ਇਹ ਛੰਦ ਮੰਨੇ ਗਏ ਨੇ। ਸਤਿਗੁਰੂ ਆਪ ਅਕਾਲ ਪੁਰਖ ਦਾ ਰੂਪ ਨੇ, ਪਰਮੇਸ਼ਰ ਦਾ ਸਰੂਪ ਨੇ। ਉਹਨਾਂ ਦੀ ਬਾਣੀ ਜਿੱਥੇ ਛੰਦਾਬੰਦੀ ਵਿੱਚ ਦਰਜ ਹੈ, ਉੱਥੇ ਸਵਤੰਤਰ ਵੀ ਹੈ। ਸਤਿਗੁਰੂ ਜੀ ਆਪਣੀ ਮਰਜ਼ੀ ਨਾਲ ਬੜੇ ਪ੍ਰੇਮ ਦੇ ਨਾਲ ਆਪਣੀ ਮੌਜ ਦੇ ਵਿੱਚ ਮਾਤਰਾਵਾਂ ਜਿਹੜੀਆਂ ਨੇ ਵੱਧ ਵੀ ਉਚਾਰਨ ਕਰਦੇ ਨੇ, ਜਿਹੜੇ ਕਿ ਦੁਨਿਆਵੀ ਪਿੰਗਲ ਅਨੁਸਾਰ ਕਈ ਵਾਰੀ ਨਹੀਂ ਵੀ ਰਲਦੀਆਂ। ਕਿਉਂ ਧੁਰਕੀ ਬਾਣੀ ਹੈ। ਦੁਨਿਆਵੀ ਜਿਹੜੇ ਵਿਦਵਾਨਾਂ ਨੇ ਨਿਯਮ ਬਣਾਏ ਨੇ, ਉਹ ਸਮਝਣ ਵਿੱਚ ਸਹਾਇਤਾ ਕਰਦੇ ਨੇ, ਪਰ ਗੁਰਬਾਣੀ ਦੇ ਉੱਪਰ ਨਹੀਂ। ਗੁਰਬਾਣੀ ਤੋਂ ਥੱਲੇ ਹੀ ਨੇ ਸਾਰੇ। ਤਾਂ ਸਤਿਗੁਰੂ ਜੀ ਨਿਰਗੁਣ ਸਰੂਪ ਪਰਮਾਤਮਾ ਦਾ ਮੰਗਲ ਕਰਦੇ ਨੇ। ਪਹਿਲਾਂ ਉੱਪਰ ਸੰਖੇਪ ਦੇ ਵਿੱਚ ਮੰਗਲ ਕੀਤਾ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹੁਣ ਉਸੇ ਮੰਗਲ ਨੂੰ ਵਿਸਥਾਰ ਸਹਿਤ ਕਰਦੇ ਹੋਏ, ਆਪ ਕਿਰਪਾ ਕਰਦੇ ਹੋਏ, ਵਾਹਿਗੁਰੂ ਪਰਮੇਸ਼ਰ ਦੇ ਨਿਰਗੁਣ ਸਰੂਪ ਦੀ ਉਸਤਤ ਕਰਦੇ ਹੋਏ ਫਰਮਾਉਂਦੇ ਹਨ। ਵਾਹਿਗੁਰੂ ਜੀ ਛਪੈ ਛੰਦ ਤੋ ਪ੍ਰਸਾਦ, ਚੱਕਰ ਚਿਹਨ ਆਰ ਬਰਨ ਜਾਤ, ਆਰ ਪਾਤ ਨਹਿਨ ਜਿਹ। ਹਰ ਪੰਕਤੀ ਦੇ ਨਾਲ, ਹਰ ਸ਼ਬਦ ਦੇ ਨਾਲ ਪਹਿਲੀ ਤੁਕ ਦੇ ਅਰਥ ਕਰਦਿਆਂ ਹੋਇਆਂ ਵਿਦਵਾਨ ਕਹਿੰਦੇ ਨੇ ਕਿ ਨਹਿਨ ਜੇਹ ਲਾਉਣਾ ਚਾਹੀਦਾ ਹੈ। ਚੱਕਰ ਨਹਿਨ ਜੇਹ, ਚਿਹਨ ਅਰਥ ਕਰਨ ਲੱਗਿਆ ਨਹਿਨ ਜੇਹ, ਵਰਨ ਨਹਿਨ ਜੇਹ। ਨਹਿਨ ਜੇਹ ਦਾ ਅਰਥ ਹੁੰਦਾ ਨਹੀਂ ਹਨ, ਨਹੀਂ ਹੈ। ਵਾਹਿਗੁਰੂ ਜੀ ਦੇ ਸਰੀਰ ਉੱਤੇ ਜਿਵੇਂ ਦੁਨਿਆਵੀ ਸਰੀਰਾਂ ਦੇ ਚੱਕਰ ਚਿੰਨ੍ਹ ਨਿਸ਼ਾਨੀਆਂ ਨੇ, ਉਹਨਾਂ ਦਾ ਪੰਜ ਭੌਤਿਕ ਸਰੀਰ ਨਹੀਂ, ਇਸ ਕਰਕੇ ਸਰੀਰ ਦੇ ਧਰਮ ਵੀ ਨਹੀਂ ਉਹਨਾਂ ਦੇ ਉੱਪਰ ਲਾਗੂ ਹੁੰਦੇ। ਵਾਹਿਗੁਰੂ ਜੀ ਦੇ ਸਰੀਰ ਉੱਤੇ ਕੋਈ ਹੱਥਾਂ ਤੇ ਚੱਕਰ ਨਹੀਂ ਬਣੇ ਹੋਏ। ਮਾਸ਼ਕਾਸ਼ ਰੇਖਾਵਾਂ ਮੰਨੀਆਂ ਨੇ, ਸੰਖਾਦਕ ਰੇਖਾਵਾਂ ਮੰਨੀਆਂ ਨੇ, ਜਿਨ੍ਹਾਂ ਤੋਂ ਜੋਤਸ਼ੀ ਬੰਦੇ ਦੇ ਭਵਿੱਖ ਬਾਰੇ ਦੇਖਦਾ ਹੈ, ਸੁਣਦਾ ਹੈ, ਸਮਝਦਾ ਹੈ। ਤੇ ਹੱਥ ਵਿਖਾਉਣ ਵਾਲੇ ਨੂੰ ਉਹਦਾ ਹੱਥ ਦੇਖ ਕੇ, ਮੱਥਾ ਦੇਖ ਕੇ, ਚਰਨ ਦੇਖ ਕੇ ਉਹਦਾ ਭਵਿੱਖ ਦੱਸਦਾ ਹੈ, ਉਮਰ ਦੱਸਦਾ ਹੈ, ਸੁੱਖ ਦੱਸਦਾ ਹੈ, ਧਨ ਦੱਸਦਾ ਹੈ, ਵਿਦਿਆ, ਬੱਚੇ, ਵਿਆਹ ਦੱਸਦਾ ਹੈ।
ਇਦਾਂ ਵਾਹਿਗੁਰੂ ਪਰਮੇਸ਼ਰ ਜੀ ਦੇ ਵੀ ਕੋਈ ਚੱਕਰ ਨਹੀਂ, ਕਿਉਂ ਪੰਜ ਭੂਤਕ ਸਰੀਰ ਹੀ ਨਹੀਂ, ਜੋਤ ਸਰੂਪ ਹੈ, ਪ੍ਰਕਾਸ਼ ਰੂਪ ਹੈ। ਜਾਂ ਚੱਕਰ ਦਾ ਅਰਥ ਹੁੰਦਾ ਹੈ ਜਿਵੇਂ ਭਗਵਾਨ ਕ੍ਰਿਸ਼ਨ ਜੀ ਦਾ ਸੁਦਰਸ਼ਨ ਚੱਕਰ ਮੰਨਿਆ ਗਿਆ ਹੈ, ਇਸ ਪ੍ਰਕਾਰ ਉਹਨੇ ਕੋਈ ਚੱਕਰ ਆਪਣੇ ਹੱਥ 'ਚ ਨਹੀਂ ਫੜਿਆ ਹੋਇਆ। ਗੁਰਬਾਣੀ ਕਹਿੰਦੀ ਹੈ ਨਾ ਸੰਖੰ ਨਾ ਚੱਕਰੰ ਗਦਾ ਨਾ ਸਿਆਮੰ। ਨਿਰਗੁਣ ਸਰੂਪ ਉੱਤੇ ਗੁਰਬਾਣੀ ਨੇ ਵੀ ਮੋਹਰ ਲਾਈ ਹੈ। ਜਾਂ ਚੱਕਰ ਦਾ ਅਰਥ ਵਿਦਵਾਨ ਕਰਦੇ ਨੇ ਕਿਸੇ ਦੇ ਪੈਰ 'ਚ ਚੱਕਰ ਹੁੰਦਾ ਨਾ, ਤੁਰਿਆ ਹੀ ਫਿਰਦਾ ਹੈ ਤੀਰਥਾਂ ਦੀ ਯਾਤਰਾ ਤੇ, ਕਦੀ ਕਿਤੇ ਟਿਕ ਕੇ ਬਹਿੰਦਾ ਹੀ ਨਹੀਂ। ਇਹੋ ਜਿਹਾ ਕੋਈ ਚੱਕਰ ਨਹੀਂ, ਭਾਵ ਆਉਣਾ ਵਾਹਿਗੁਰੂ ਦੇ ਸਰੂਪ ਦੇ ਵਿੱਚ ਨਾ ਆਉਣਾ ਹੈ, ਆਤਮ ਸਰੂਪ ਵਿੱਚ ਨਾ ਜਾਣਾ ਹੈ। ਬ੍ਰਹਮ ਗਿਆਨ ਦੇ ਸ਼ਬਦ ਗੁਰਬਾਣੀ ਦੇ ਵਿੱਚ ਦਰਜ ਨੇ, ਕੌਣ ਮੂਆ ਰੇ ਕੌਣ ਮੂਆ। ਬ੍ਰਹਮ ਗਿਆਨੀ ਮਿਲ ਕਾਰਾ ਇਹ ਤੋਂ ਚਲਤ ਭਇਆ। ਜਿਵੇਂ ਕੋਈ ਨਵਾਂ ਵਿਦਾਂਤ ਪੜ੍ਹਿਆ ਸੱਜਣ, ਧਾਰਨਾ ਤੋਂ ਹੀਣ, ਨਿਸ਼ਠਾ ਤੋਂ ਪਰ ਹਰ ਗੱਲ ਉੱਤੇ ਵਿਦਾਂਤ ਦੀ ਗੱਲ ਆਉਣ ਵਾਲਾ ਬ੍ਰਿੰਦਾਬਨ ਚਲੇ ਗਿਆ। ਹੁਣ ਉਹ ਇਲਾਕਾ ਵਾ ਭਗਤੀ ਕਰਨ ਵਾਲਿਆਂ ਦਾ। ਉੱਥੇ ਕਿਤੇ ਸਵੇਰ ਦੀ ਆਪਣੀ ਕਿਰਿਆ ਕਰਦਾ ਹੋਇਆ, ਸੋਧਦਾ ਹੋਇਆ, ਨਦੀ ਦੇ ਕੰਢੇ ਤੇ ਇਸ਼ਨਾਨ ਵਾਸਤੇ ਗਿਆ ਹੋਵੇਗਾ ਤੇ ਕਿਸੇ ਭਗਤ ਨੇ ਵੇਖ ਲਿਆ, ਕਿਸੇ ਪ੍ਰੇਮੀ ਨੇ ਵੇਖ ਲਿਆ, ਉਹਦੇ ਮਨ 'ਚ ਸ਼ਰਧਾ ਆਈ ਵੀ ਕੋਈ ਸਾਧੂ ਹੈ, ਕੋਈ ਸੰਤ ਹੈ। ਉਹਨੇ ਸ਼ਰਧਾ ਨਾਲ ਨਮਸਕਾਰ ਕੀਤੀ ਤੇ ਹੱਥ ਜੋੜ ਕੇ ਕਹਿ, ਸੰਤ ਜੀ ਕਿੱਥੋਂ ਆਏ ਹੋ? ਉਹ ਵਿਦਾਂਤੀ ਸਾਧ ਪਤਾ ਕੀ ਕਹਿੰਦਾ ਮੇਰੇ 'ਚ ਆਉਣਾ ਜਾਣਾ ਹੈ। ਆਉਣਾ ਜਾਣਾ ਤੇ ਸਰੀਰ ਦਾ ਧਰਮ ਹੈ। ਮੈਂ ਤੇ ਹਰ ਜਗ੍ਹਾ ਤੇ ਬੈਠਾ ਵਾਂ ਆਤਮ ਸਰੂਪ ਹੋਣ ਕਰਕੇ। ਉਹ ਜਿਹੜਾ ਭਗਤ ਸੀ ਨਾ, ਉਹਨੇ ਹਿਸਾਬ ਲਾ ਲਿਆ ਵੀ ਜਿਹੜੇ ਬੰਦੇ ਨੂੰ ਇੰਨਾ ਪਤਾ ਵੀ ਤੈਨੂੰ ਫਤਿਹ ਬੁਲਾਈ ਹੈ, ਨਮਸਕਾਰ ਕੀਤੀ ਹੈ, ਤੈਨੂੰ ਪ੍ਰੇਮ ਨਾਲ ਪੁੱਛਿਆ ਕਿੱਥੋਂ ਆਏ ਆ, ਤੇ ਤੂੰ ਅੱਗੇ ਮੈਨੂੰ ਵਿਦਾਂਤ ਘੋਟ ਕੇ ਸੁਣਾਉਣਾ ਵੀ ਆਉਣਾ ਜਾਣਾ ਹੈ। ਉਹ ਭਗਤ ਜਿਹੜਾ ਸੀ ਉਹ ਸੀ ਸਤ ਸੰਗੀ। ਉਹ ਜਾਣਦਾ ਸੀ ਭਗਤੀ ਕੀ ਹੈ, ਕਰਮ ਕੀ ਹੈ, ਗਿਆਨ ਕੀ ਹੈ। ਉਹ ਚਾਹੀ ਵੀ ਸੰਤਾਂ ਦੀ ਪਰਖੀ ਕਰ ਲਈਏ ਵੀ ਵਾਕਿਆ ਹੀ ਗਿਆਨ ਕਾਂਡ ਦੇ ਵਿੱਚ ਪਹੁੰਚ ਚੁੱਕੇ ਆ, ਇਹ ਗਿਆਨ 'ਚ ਹੀ ਜਿਉਂਦੇ ਆ। ਇਹਨਾਂ ਦੀ ਸੁਰਤੀ ਬਿਰਤੀ ਕਰਮ ਤੋਂ ਤੇ ਭਗਤੀ ਤੋਂ ਤਾਂ ਚਲ ਗਈ ਹੋਣੀ ਆ ਵੀ ਚਲੋ ਵੇਖ ਲੈਣਾ ਚਾਹੀਦਾ ਵਾ। ਉਹ ਦਾਤਣ ਕਰਨ ਲੱਗ ਪਿਆ ਤੇ ਨਦੀ 'ਚੋਂ ਜਲ ਭਰ ਕੇ ਨਾ ਉਹਨੇ 2-4 ਚੂਲੀਆਂ ਜਿਹੜੀਆਂ ਸੀ ਤੇ ਕੀਤੀਆਂ ਤੇ ਤੀਜੀ ਚੋਲੀ ਉਹਨੇ ਹੌਲੀ ਜੀ ਸੰਤ ਦੇ ਸਰੀਰ ਤੇ ਕਰਤੀ। ਉਹ ਜਿਹੜਾ ਵਿਦਾਂਤੀ ਸਾਧੂ ਸੀ ਉਹਨੂੰ ਚੜਿਆ ਗੁੱਸਾ। ਉਹ ਕਹਿਣ ਨੂੰ ਝੂਠਾ ਪਾਣੀ, ਮੂੰਹ ਦੀ ਝੂਠੀ ਕੁਰਲੀ, ਚੂਲੀ ਮੇਰੀ ਕੀਤੀ ਹੈ। ਉਹ ਕਹਿੰਦਾ ਮਹਾਰਾਜ ਤੁਸੀਂ ਤੇ ਹਰ ਜਗ੍ਹਾ ਹੀ ਹਾਜ਼ਰ ਹੋ ਆਤਮ ਸਰੂਪ ਕਰਕੇ, ਜਿਹੜੀਆਂ ਪਹਿਲਾਂ ਕੀਤੀਆਂ ਧਰਤੀ ਤੇ ਉਹ ਵੀ ਤੇ ਤੁਹਾਡੇ ਤੇ ਹੀ ਹੈ। ਧਰਤੀ 'ਚ ਆਤਮਾ ਨਹੀਂ, ਆਤਮ ਤੱਤ ਹਰ ਜਗ੍ਹਾ ਤੇ।
ਪਹਿਲੀਆਂ ਮੈਂ ਦੋ ਧਰਤੀ ਤੇ ਕੁਰਲੀਆਂ ਕੀਤੀਆਂ, ਚੂਲੀਆਂ ਕੀਤੀਆਂ ਵਾ, ਉਹ ਵੀ ਤੇ ਤੇਰੇ ਤੇ ਹੀ ਹੈ, ਤੇ ਜਿਹੜੀ ਹੁਣ ਤੇਰੇ ਸਰੀਰ ਤੇ ਕਰਤੀ ਹੈ, ਇਹਦਾ ਗੁੱਸਾ ਕਿਉਂ? ਤੂੰ ਤੇ ਹਰ ਥਾਂ ਤੇ ਹੈ, ਕਿਉਂ ਤੂੰ ਆਤਮਾ ਹੈ, ਆਤਮਾ ਤੇ ਹਰ ਥਾਂ ਤੇ ਆ, ਵਾਹਿਗੁਰੂ ਤੇ ਹਰ ਥਾਂ ਤੇ ਆ, ਤੂੰ ਸਭਨੀ ਥਾਈ ਜਿੱਥੇ ਹੋ ਜਾਈ। ਜਾਲ ਥਾਲ ਮਹੀ ਗੁਪਤੋ ਵਰਤੇ, ਗੁਰ ਸਬਦੀ ਦੇਖ ਨਿਹਾਰੇ ਜੀਓ ਜਲੇ ਹਰੀ। ਉਹਨੇ ਫੜ ਲਿਆ ਵੀ ਇਹ ਸਿਰ ਚੜ ਕੇ ਵਿਦਾਂਤ ਇਹਦੇ ਬੋਲਦਾ ਵਾ, ਪਰ ਅੰਦਰ ਉਹ ਗੱਲ ਹੈ ਨਹੀਂ, ਉਹ ਧਾਰਨਾ ਹੈ ਨਹੀਂ। ਵੀ ਜਿਹੜੀ ਧਾਰਨਾ ਕੀ ਹੈ, ਇਹ ਆਤਮ ਸਰੂਪ ਦੇ ਵਿੱਚ ਨਾ ਆਉਣਾ ਹੀ ਆ ਤੇ ਨਾ ਜਾਣਾ ਹੀ। ਉਹ ਬੋਲਦਾ ਜ਼ਰੂਰ ਹੈ ਹਰ ਗੱਲ ਤੇ। ਤਾਂ ਚੱਕਰ ਦਾ ਮਤਲਬ ਕੀ ਹੁੰਦਾ ਹੈ? ਕਿਸੇ ਦੇ ਪੈਰ 'ਚ ਚੱਕਰ ਹੁੰਦਾ ਨਾ, ਵੀ ਉਹ ਤੁਰਿਆ ਹੀ ਫਿਰਦਾ ਹੈ, ਉਹਦੀ ਜ਼ਿੰਦਗੀ 'ਚ ਟਿਕਾ ਨਹੀਂ। ਇਦਾਂ ਦਾ ਆਉਣਾ ਜਾਣਾ, ਤੁਰੇ ਫਿਰਨਾ, ਇਹ ਵਾਹਿਗੁਰੂ ਦੇ ਵਿੱਚ ਨਹੀਂ, ਪਰਮਾਤਮਾ ਦੇ ਵਿੱਚ ਨਹੀਂ। ਜਾਂ ਚੱਕਰ ਦਾ ਅਰਥ ਮਹਾਂਪੁਰਸ਼ ਕਰਦੇ ਨੇ, ਖੱਟ ਨੇਮ ਕਰ ਕੋਠੜੀ ਬਾਂਧੀ, ਵਸਤ ਅਨੂਪ ਬੀਚ ਪਾਈ, ਕੁੰਜੀ ਕੁਲਫ ਪ੍ਰਾਣ ਕਰ ਰਾਖੇ, ਕਰਤੇ ਬਾਰ ਨਾ ਲਾਈ। ਇਸ ਬੰਦੇ ਦੇ ਸਰੀਰ 'ਚ 6 ਚੱਕਰ ਮੰਨੇ ਆ ਜੋਗੀਆਂ। ਜਿਵੇਂ ਆਧਾਰ ਚੱਕਰ ਹੈ ਗੋਹੇ ਮੈਂ, ਸੁਦਿਸ਼ਠਾਨ ਲਿੰਗ ਜਾਨ, ਨਾਭੀ ਮਣੀਪੂਰ ਹੈ, ਹਿਰਦੈ ਅਨਾਹਤ ਥਾਨ, ਵਿਸ਼ੁੱਧ ਚੱਕਰ ਹੈ ਕੰਠ ਮੈਂ, ਆਗਿਆ ਤ੍ਰਿਕੁਟੀ ਮਾਹੇ, ਦਸਮ ਦਵਾਰ ਨਿਰਵਾਣ ਹੈ, ਜਾਂ ਮੈਂ ਸੰਸਾ ਨਾ ਹੈ। 6 ਚੱਕਰ ਮੰਨਿਆ ਜੋਗੀਆਂ ਨੇ ਸਰੀਰ 'ਚ। ਇਹਨਾਂ ਨੂੰ ਪਾਰ ਕਰਦਾ ਕਰਦਾ ਜਦੋਂ ਦਸਮ ਦਵਾਰ 'ਚ ਚਲੇ ਜਾਂਦਾ, ਫਿਰ ਮੁਕਤ ਹੋ ਜਾਂਦਾ ਹੈ। ਇਦਾਂ 6 ਚੱਕਰ ਵਾਹਿਗੁਰੂ ਦੇ ਸਰੀਰ 'ਚ ਨੇ। ਤਾਂ ਮਹਾਰਾਜ ਕਹਿੰਦੇ ਚੱਕਰ ਨਹਿਨ ਜੇ, ਜਿਹਦੇ ਸਰੀਰ 'ਚ 6 ਚੱਕਰ ਨਹੀਂ। ਕਿਉਂ? 5 ਭੂਤਕ ਸਰੀਰ ਹੀ ਨਹੀਂ, ਜੋਤ ਰੂਪ ਹੈ, ਪ੍ਰਕਾਸ਼ ਰੂਪ ਹੈ। ਐਸਾ ਵਾਹਿਗੁਰੂ ਦੇਹ ਬਹੀਨ, ਸਨੇਹ ਸਭੋ ਤਨ ਨੇਹ, ਬਰਕਤ ਅਗੇਹ ਅਸ਼ੈ ਹੈ, ਜਿਹੜਾ ਬਾਹਰਲੇ ਸਰੀਰ ਤੋਂ ਰਹਿਤ ਹੈ। ਤਾਂ ਫਿਰ ਅੱਗੇ ਕੀ ਕਹਿੰਦੇ ਨੇ? ਚੱਕਰ ਵੀ ਨਹੀਂ ਆ ਜਿਹਦੇ ਸਰੀਰ 'ਚ। ਚਿਹਨ ਨਹਿਨ ਜੇ, ਚਿਹਨ ਕਹਿੰਦੇ ਚਿੰਨ ਨੂੰ, ਨਿਸ਼ਾਨੀ ਨੂੰ। ਜਿਵੇਂ ਕਿਸੇ ਦੀ ਰੁਦਰਾਕਸ਼ ਮਾਲਾ ਨਿਸ਼ਾਨੀ ਆ, ਇਹ ਕਿਹੜਾ ਸਾਧੂ ਆ ਰੁਦਰਾਕਸ਼ ਦੀ ਮਾਲਾ ਪਾਉਂਦਾ ਹੈ? ਜਿਵੇਂ ਸੰਨਿਆਸੀ ਮਹਾਤਮਾ ਹੁੰਦੇ, ਮਹਾਂਪੁਰਸ਼ ਹੁੰਦੇ ਨੇ, ਵਿਦਵਾਨ ਹੁੰਦੇ ਨੇ, ਉਹਨਾਂ ਦੀ ਡੰਡਾ ਨਿਸ਼ਾਨੀ ਹੁੰਦੀ ਹੈ। ਕਾਨੇ ਦਾ ਡੰਡਾ ਰੱਖਦੇ ਹੱਥ 'ਚ, ਉਹ ਦੰਡੀ ਸੰਨਿਆਸੀ ਆ, ਉਹ ਕਾਨੇ ਦਾ ਜਿਹੜਾ ਡੰਡਾ ਕੀ ਉਹਦਾ ਚਿੰਨ੍ਹ ਹੋ ਗਿਆ, ਨਿਸ਼ਾਨੀ ਹੋ ਗਈ, ਜਿੱਥੋਂ ਪਤਾ ਲੱਗਾ ਵੀ ਇਹ ਕਿਹੜੀ ਸੰਪਰਦਾ ਦਾ ਸਾਧੂ ਆ। ਇੱਦਾਂ ਵਾਹਿਗੁਰੂ ਪਰਮੇਸ਼ਰ ਦਾ, ਜਿਵੇਂ ਕੋਈ ਬੋਰੀ ਵਾਲੇ ਸੰਤ ਹੋ ਗਏ, ਕੋਈ ਭੂਰੀ ਵਾਲੇ ਸੰਤ ਹੋ ਗਏ, ਕੋਈ ਫਲਾਣੇ ਪਿੰਡ ਵਾਲੇ ਹੋ ਗਏ, ਕੋਈ ਹੋ ਗਏ, ਇੱਦਾਂ ਚਿੰਨ੍ਹ ਬਣੇ ਹੋਏ ਨੇ, ਚਿੰਨ੍ਹ। ਇਸ ਤਰ੍ਹਾਂ ਦਾ ਵਾਹਿਗੁਰੂ ਜੀ ਦਾ ਕੋਈ ਚਿੰਨ੍ਹ ਵੀ ਨਹੀਂ। ਫਿਰ ਕਹਿੰਦੇ ਅਰ ਵਰਣ ਜਾਤ, ਵਰਣ ਕਹਿੰਦੇ ਨੇ ਖੱਤਰੀ ਹੈ, ਬ੍ਰਾਹਮਣ ਹੈ, ਸੂਦ ਹੈ, ਵੈਸ ਹੈ। ਸੰਸਾਰ ਦੇ ਵਿੱਚ ਵਰਣ ਬਣੇ ਨੇ, ਇਹ ਵੀ ਉਸ ਵਾਹਿਗੁਰੂ ਪਰਮੇਸ਼ਰ ਜੀ ਦਾ ਨਹੀਂ ਹੈ। ਜਾਂ ਵਰਨ ਦਾ ਅਰਥ ਇੱਕ ਬੜਾ ਕਮਾਲ ਦਾ ਸੰਤਾਂ ਨੇ ਕੀਤਾ। ਵਰਨ ਕਹਿੰਦੇ ਅੱਖਰਾਂ ਨੂੰ। ਅੱਖਰ ਕਿੱਥੇ? ਮੱਥੇ ਦੇ ਲੇਖ।
ਸਾਡੇ ਸਾਰਿਆਂ ਦੇ ਲੇਖ ਲਿਖੇ ਨੇ। ਕੀ ਇਸ ਤਰ੍ਹਾਂ ਵਾਹਿਗੁਰੂ ਦੇ ਵੀ ਲੇਖ ਹੁੰਦੇ ਨੇ ਜਿਹਦੇ ਕਰਕੇ ਜਿਵੇਂ ਸਾਡੇ ਲੇਖਾਂ ਕਰਕੇ ਸਾਨੂੰ ਦੁੱਖ ਸੁੱਖ ਪ੍ਰਾਪਤ ਹੁੰਦਾ ਹੈ? ਮਹਾਰਾਜ ਕਹਿੰਦੇ ਨਾ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਦਸਵੇਂ ਪਾਤਸ਼ਾਹ ਕਹਿੰਦੇ, ਕਰੀ ਲੋਹ ਕਲਮੰ ਲਿਖਿਓ ਲੇਖ ਮਾਤੰ ਸਭੇ ਜੇਰ ਕੀਨੇ ਬਲੀ ਕਾਲ ਹਾਥੰ। ਕੀ ਵਾਹਿਗੁਰੂ ਦੇ ਸਿਰ ਤੇ ਵੀ ਲੇਖ ਹੈ? ਜਿਵੇਂ ਬਾਣੀ ਕਹਿੰਦੀ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ। ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾ ਹੋ। ਇਦਾਂ ਵਾਹਿਗੁਰੂ ਜੀ ਦੇ ਵੀ ਲੇਖ ਨੇ। ਵਰਣ ਕਹਿੰਦੇ ਲੇਖ ਨੂੰ, ਤੇ ਗੁਰਬਾਣੀ ਕਹਿੰਦੀ ਨਹੀਂ ਭਾਈ, ਜਦੋਂ ਸਰੀਰ ਹੀ ਨਹੀਂ ਹੈ ਸਾਡੇ ਵਰਗਾ ਤੇ ਫਿਰ ਲੇਖ ਕਿੱਥੋਂ ਹੋਏ? ਗੁਰਬਾਣੀ ਨੇ ਮੋਹਰ ਲਾਈ ਹੈ। ਜੇ ਕੋਈ ਕੱਲ ਨੂੰ ਕਵੇ ਨਾ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਤੋਂ ਵੱਖਰੀ, ਤੇ ਵੱਖਰੀ ਕਿੱਦਾਂ ਹੈ? ਵਰਣ ਨਹਿਨ ਜੇ ਜਿਹਦੇ ਲੇਖ ਨਹੀਂ ਮੱਥੇ ਤੇ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ? ਨਿਰਭਉ ਸੋ ਸਿਰ ਨਾ ਹੀ ਲੇਖਾ। ਉਹ ਜਿਹੜਾ ਨਿਰਭਉ ਵਾਹਿਗੁਰੂ ਹੈ ਉਹਦੇ ਮੱਥੇ ਤੇ ਲੇਖ ਨਹੀਂ। ਇਹ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖੀ। ਜਾਤ ਨਹਿਨ ਜੇ, ਜਾਤ ਕਹਿੰਦੇ ਹਨ ਜਨਮ ਨੂੰ। ਜਾਤ ਕਹਿੰਦੇ ਨੇ ਜਿਹੜੀਆਂ ਦੁਨੀਆ 'ਚ ਜਾਤਾਂ ਪਾਤਾਂ ਬੜੀਆਂ ਨੇ। ਫਲਾਨੀ ਜਾਤ ਦਾ ਹੈ, ਇੱਦਾਂ ਵਾਹਿਗੁਰੂ ਜੀ ਦੀ ਜਾਤ ਕੋਈ ਨਹੀਂ। ਤੇ ਜਾਤ ਦਾ ਅਰਥ ਹੁੰਦਾ ਜੰਮਣਾ, ਪੈਦਾ ਹੋਣਾ। ਪਰਮਾਤਮਾ ਜੰਮਦਾ ਨਹੀਂ, ਪੈਦਾ ਨਹੀਂ ਹੁੰਦਾ। ਭਰਮ ਭੂਲੇ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਰਾਇਣ। ਜਾਂ ਦਸਵੇਂ ਪਾਤਸ਼ਾਹ ਕੀ ਕਹਿੰਦੇ ਨੇ? ਹਰ ਜਨਮ ਮਰਨ ਬਹੀਨ। ਵਾਹਿਗੁਰੂ ਜਨਮ ਮਰਨ ਤੋਂ ਰਹਿਤ। ਅਰ ਪਾਤ ਨਿਹਨ ਜਿਹੇ, ਤੇ ਪਾਤ ਕਹਿੰਦੇ ਜੀ ਪੰਗਤੀ ਨੂੰ, ਬਰਾਦਰੀ ਨੂੰ। ਸੰਸਾਰ 'ਚ ਬਰਾਦਰੀਆਂ ਬੜੀਆਂ ਨੇ ਵੀ ਇਹਨਾਂ ਨਾਲ ਹੀ ਵਿਆਹ ਕਰਨਾ ਵਾ, ਇਸ ਬਰਾਦਰੀ ਨੇ ਇਸ 'ਚ ਹੀ ਕਰਨਾ ਵਾ। ਇੱਕ ਬਰਾਦਰੀ ਜਿਹੜੀ ਆਪਣੀ ਬਰਾਦਰੀ 'ਚ ਵਿਆਹ ਕਰਦੀ ਹੈ ਉਹ ਕੀ ਹੋ ਗਈਆਂ? ਪਾਤ, ਪੰਗਤੀ, ਬਰਾਦਰੀ, ਖਾਨਦਾਨ। ਜਾਂ ਪਾਤ ਦਾ ਅਰਥ ਮਹਾਤਮਾ ਨੇ, ਮਹਾਂਪੁਰਖਾਂ ਨੇ, ਸੰਤਾਂ ਨੇ ਬਹੁਤਾ ਸੋਹਣਾ ਕੀਤਾ। ਪਾਤ ਮੈਨੇ ਪੱਤਣ, ਪੱਤਣ ਮੈਨੇ ਨਾਸ਼, ਨਾਸ਼ ਮੈਨੇ ਮੌਤ। ਕੀ ਵਾਹਿਗੁਰੂ ਜੀ ਦੀ ਮੌਤ ਹੈ? ਰੱਬ ਮਰ ਜਾਂਦਾ ਹੈ? ਤਾਂ ਮਹਾਰਾਜ ਕਹਿੰਦੇ ਪਾਤ ਨਹਿਨ ਜੇ ਨਹੀਂ ਮਰਦਾ ਹੈ। ਸਤਿਗੁਰੂ ਕੀ ਕਹਿੰਦੇ? ਉਹ ਤਾਂ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਜਾਂ ਪਾਤ ਦਾ ਅਰਥ ਹੁੰਦਾ ਪੱਤਨ, ਪੱਤਨ ਮੈਨੇ ਡਿੱਗਣਾ। ਕੋਈ ਚੀਜ਼ ਉੱਚੇ ਥਾਂ ਤੋਂ ਨੀਵੇਂ ਥਾਂ ਤੇ ਡਿੱਗ ਪਿਓ, ਕੀ ਹੋ ਗਿਆ? ਪੱਤਨ। ਵਾਹਿਗੁਰੂ ਆਪਣੀ ਵਾਹਿਗੁਰੂ ਪਦਵੀ ਤੋਂ ਡਿੱਗ ਪੈਂਦਾ ਹੈ। ਈਸ਼ਵਰ ਦੀ ਈਸ਼ਵਰ ਪਦਵੀ ਖਤਮ ਹੁੰਦੀ ਕਦੀ? ਜਿਵੇਂ ਦੁਨਿਆਵੀ ਰਾਜੇ ਆ ਨਾ, ਇੱਕ ਰਾਜੇ ਦੀ ਮੌਤ ਹੋ ਗਈ ਜਾਂ ਇੱਕ ਰਾਜਾ ਖਤਮ ਹੋ ਗਿਆ, ਦੂਜਾ ਬਹਿ ਗਿਆ ਉਹਦੇ ਥਾਂ ਤੇ। ਅੱਜ ਕੱਲ੍ਹ ਤੇ ਸਿਸਟਮ ਹੋਰ ਬਣ ਗਿਆ ਨਾ 5 ਸਾਲਾਂ ਵਾਲਾ, ਵੀ 5 ਸਾਲਾਂ ਬਾਅਦ ਹੋਰ, 5 ਸਾਲਾਂ ਬਾਅਦ ਹੋਰ। ਕੀ ਵਾਹਿਗੁਰੂ ਆਪਣੀ ਈਸ਼ਵਰ ਪਦਵੀ ਤੋਂ ਡਿੱਗਦਾ ਹੈ? ਤਾਂ ਮਹਾਰਾਜ ਕੀ ਕਹਿੰਦੇ ਆ? ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਆਪਣੀ ਈਸ਼ਵਰ ਪਦਵੀ ਤੋਂ ਕਦੀ ਵੀ ਡਿੱਗਦਾ ਨਹੀਂ। ਕਾਇਮ ਦਾਇਮ ਸਦਾ ਪਾਤਸ਼ਾਹੀ, ਹਮੇਸ਼ਾ ਉਹਦੀ ਪਾਤਸ਼ਾਹੀ ਕਾਇਮ ਰਹਿੰਦੀ ਹੈ। ਹਮੇਸ਼ਾ ਉਹਦਾ ਰਾਜ ਭਾਗ ਕਾਇਮ ਰਹਿੰਦਾ ਹੈ। ਉਹ ਦੁਨਿਆਵੀ ਰਾਜਿਆਂ ਵਰਗਾ ਨਹੀਂ ਵੀ ਲੈ ਕੇ ਦੂਜਾ ਬਣ ਗਿਆ, ਤੀਜਾ ਬਣ ਗਿਆ।
ਚੌਥਾ ਬਣ ਗਿਆ। ਤੇ ਦੁਨਿਆਵੀ ਰਾਜਿਆਂ ਵਾਂਗ ਉਹਨੂੰ ਕੋਈ ਫਿਕਰ ਨਹੀਂ ਪਿਆ ਰਹਿੰਦਾ ਵੀ ਉਹਦੀ ਬਾਦਸ਼ਾਹਤ ਖਤਮ ਹੋ ਚੱਲੀ, ਉਹਦੀ ਸੱਚੀ ਪਾਤਸ਼ਾਹੀ ਹੈ। ਤਾਂ ਪਾਤ ਦਾ ਅਰਥ ਕੀ ਕੀਤਾ ਸੰਤਾਂ ਨੇ? ਪਤਨ, ਡਿੱਗਣਾ, ਆਪਣੀ ਅਵਸਥਾ ਤੋਂ, ਆਪਣੀ ਪਦਵੀ ਤੋਂ, ਈਸ਼ ਪਦਵੀ ਤੋਂ ਡਿੱਗਦਾ ਨਹੀਂ। ਤਾਂ ਅੱਗੇ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਰੂਪ ਰੰਗ ਅਰ ਰੇਖ ਭੇਖ, ਕੋ ਕਹੇ ਨਾ ਸਕਤ ਕਿਹ। ਸੰਪਰਦਾਇ ਮੁਤਾਬਕ ਇਸ ਪੰਕਤੀ ਵਿੱਚ ਕੋ ਕਹਿ ਨਾ ਸਕਤ ਕੇ ਸ਼ਬਦ ਨਾਲ ਲਾਉਣਾ ਅਰਥ ਕਰ ਲੱਗਿਆ। ਰੂਪ ਕੋ ਕਹਿ ਨਾ ਸਕਤ ਕੇ, ਨਾ ਕੋਈ ਕਹਿ ਸਕਦਾ ਵਾ ਤੇ ਨਾ ਕਿਸੇ 'ਚ ਸ਼ਕਤੀ ਆ। ਭੁਲੇਖਾ ਨਾ ਰੱਖੇ ਵੀ ਮੈਂ ਕਹਿ ਦੂੰਗਾ। ਰੰਗ ਕੋ ਕਹਿ ਨਾ ਸਕਤ ਕੇ, ਰੇਖ ਭੇਖ ਕੋ ਕਹਿ ਨਾ ਸਕਤ ਕੇ। ਨਾ ਕਿਸੇ 'ਚ ਸ਼ਕਤੀ ਹੈ ਤੇ ਨਾ ਕੋਈ ਕਹਿ ਸਕਦਾ ਹੈ ਕਿ ਵਾਹਿਗੁਰੂ ਦਾ ਰੂਪ ਕੀ ਹੈ, ਰੇਖ ਕੀ ਹੈ, ਰੰਗ ਕੀ ਹੈ, ਭੇਖ ਕੀ ਹੈ। ਰੂਪ ਦਾ ਅਰਥ ਕੀ ਹੋਇਆ? ਆਕਾਰ। ਜਿਵੇਂ ਕਿਸੇ ਦਾ ਕੱਦ ਵੱਡਾ ਹੁੰਦਾ ਹੈ, ਕਿਸੇ ਦਾ ਛੋਟਾ ਹੁੰਦਾ ਹੈ, ਕੋਈ ਸਰੀਰ ਪਤਲਾ ਹੁੰਦਾ ਹੈ, ਕੋਈ ਸਰੀਰ ਭਾਰਾ ਹੁੰਦਾ ਹੈ। ਇਹ ਕੀ ਹੋ ਗਿਆ? ਰੂਪ ਮੈਨੇ ਆਕਾਰ। ਵਾਹਿਗੁਰੂ ਜੀ ਦਾ ਇਦਾਂ ਦਾ ਕੋਈ ਆਕਾਰ ਨਹੀਂ। ਰੰਗ ਕੀ ਹੋ ਗਿਆ? ਫਾਰਸੀ ਦੇ ਵਿੱਚ ਰੰਗ ਦਾ ਅਰਥ ਕੀ ਹੋਇਆ? ਹਰਾ, ਪੀਲਾ, ਕਾਲਾ ਆਦਿਕ। ਇਦਾਂ ਵਾਹਿਗੁਰੂ ਜੀ ਦਾ ਰੰਗ, ਜਿੱਦਾਂ ਆਪਾਂ ਕਹਿ ਦਿੰਦੇ ਆ ਵੀ ਫਲਾਨਾ ਬੰਦਾ ਬੜਾ ਗੋਰਾ ਹੈ ਤੇ ਫਲਾਨੇ ਦਾ ਰੰਗ ਕਾਲਾ ਹੈ। ਜਿਵੇਂ ਕ੍ਰਿਸ਼ਨ, ਭਗਵਾਨ ਕ੍ਰਿਸ਼ਨ ਕਾਲਾ ਸੀ। ਕਾਲੇ ਦਾ ਅਰਥ ਕੀ ਹੁੰਦਾ? ਕ੍ਰਿਸ਼ਨ। ਜੇ ਸਿੱਧਾ ਕਾਲਾ ਕਹੋਗੇ ਤੇ ਗੁੱਸਾ ਕਰੇਗਾ, ਜੇ ਕਹੋ ਆਓ ਕ੍ਰਿਸ਼ਨ ਜੀ, ਉਹ ਖੁਸ਼ ਹੋ ਜਾਊਗਾ ਵੀ ਮੈਨੂੰ ਤੇ ਰੱਬ ਦੱਸਦਾ। ਹੁਣ ਇੰਨਾ ਨਹੀਂ ਪਤਾ ਵੀ ਕਿਆ ਤੈਨੂੰ ਵੀ ਕਾਲਾ ਹੀ ਆ। ਭਗਵਾਨ ਕ੍ਰਿਸ਼ਨ ਜੀ ਦਾ ਰੰਗ ਪੱਕਾ ਕਾਲਾ ਹੋ ਗਿਆ ਸੀ। ਤੇ ਕਾਲੇ ਰੰਗ ਤੇ ਗੂੜੇ ਰੰਗ ਫੱਬਦੇ। ਉਹ ਪੀਲਾ ਕੱਪੜਾ ਬੜਾ ਪਾਉਂਦੇ ਸੀ, ਪੀਲੀ ਦਸਤਾਰ, ਪੀਲਾ ਪਰਨਾ, ਪਿਤੰਬਰ ਕਹਿ ਦਿੰਦੇ ਹੁੰਦੇ ਸੀ। ਪਿਤੰਬਰੀ ਜੀ ਮਹਾਰਾਜ ਆ ਗਏ, ਪੀਲੇ ਕੱਪੜੇ ਪਾਉਣ ਵਾਲੇ। ਭਗਵਾਨ ਨੂੰ ਪੀਲਾ ਰੰਗ ਬੜਾ ਪਸੰਦ ਹੈ। ਜਿਹੜਾ ਵਿਦਵਾਨ ਭਾਵ ਕੱਢਦੇ ਨਾ ਕ੍ਰਿਸ਼ਨ, ਕਾਲਾ ਮੈਨੇ ਹਨੇਰਾ। ਤੇ ਹੁਣ ਰਾਤ ਪੈਣ ਲੱਗੀ, ਸ਼ਾਮ ਹੋਣ ਲੱਗੀ, ਹਨੇਰੇ 'ਚ ਤੁਸੀਂ ਦੇਖੋਗੇ ਸਭ ਕੁਝ ਲੈ ਹੋ ਜਾਣਾ। ਇੱਥੇ ਕ੍ਰਿਸ਼ਨ ਦਾ ਮਤਲਬ ਇਹ ਨਹੀਂ ਵੀ ਕਾਲਾ ਕਹਿ ਕੇ ਤੁਰ ਗਏ। ਇੱਥੇ ਭਾਵ ਇਹ, ਜਿਸ ਵਾਹਿਗੁਰੂ 'ਚ ਸਭ ਲੈ ਹੋ ਜਾਣਾ ਹੈ, ਸਭ ਮਿਲ ਜਾਣਾ ਹੈ। ਸੰਸਾਰ ਜਿੱਥੋਂ ਪੈਦਾ ਹੋਇਆ, ਜਿਹਦੇ ਜਾ ਕੇ ਮਿਲ ਜਾਣਾ ਹੈ, ਉਹ ਕੀ ਹੋ ਗਿਆ? ਕ੍ਰਿਸ਼ਨ। ਜਿਹੜਾ ਅੰਤਰੀਵ ਅਰਥ ਵਿਦਵਾਨ ਕੱਢਦੇ ਨੇ। ਤੇ ਸਾਇੰਸ ਕਹਿੰਦੀ ਆ 80% ਦੁਨੀਆ ਡਾਰਕ ਮੈਟਰ ਤੋਂ ਬਣੀ ਆ, ਕਾਲਖ ਤੋਂ। ਤੁਸੀਂ ਦੇਖੋ ਥੋੜਾ ਜਿਹਾ ਹੀ ਹੈ ਜਿਹੜਾ ਜਾਣਕਾਰੀ ਚ ਆ ਰਿਹਾ, ਬਾਕੀ ਬ੍ਰਹਿਮੰਡ ਚ ਹਨੇਰਾ ਹੀ ਹਨੇਰਾ ਹੈ। ਧਾਰਮਿਕ ਗ੍ਰੰਥਾਂ 'ਚ 7 ਸਮੁੰਦਰ ਮੰਨੇ। ਹੁਣ 7 ਸਮੁੰਦਰਾਂ ਵਿੱਚ ਕੀ ਲਿਖਿਆ ਵਾ ਵੀ ਇੱਕ ਸਮੁੰਦਰ ਕੀ ਆ? ਸ਼ਰਾਬ ਦਾ। ਹੁਣ ਮੈਨੂੰ ਦਿਖਾਓ ਸ਼ਰਾਬ ਦਾ ਸਮੁੰਦਰ ਕਿੱਥੇ ਆ? ਫਿਰ ਜਨਮ ਸਾਖੀ 'ਚ ਭਾਈ ਬਾਲਾ ਸਾਹਿਬ ਨੇ ਕੀ ਲਿਖਿਆ ਹੈ? ਇੱਕ ਸਮੁੰਦਰ ਸ਼ਰਾਬ ਦਾ। 7 ਸਮੁੰਦਰ ਮੰਨੇ ਆ ਨਾ। ਇਹ ਸ਼ਾਸਤਰਾਂ 'ਚ ਲਿਖਿਆ ਵੀ ਕੋਈ ਕਿਸੇ ਦਾ, ਕੋਈ ਕਿਸੇ ਦਾ, ਕੋਈ ਕਿਸੇ ਦਾ, ਤੇ ਇੱਕ ਸ਼ਰਾਬ ਦਾ, ਇੱਕ ਦੁੱਧ ਦਾ। ਹੁਣ ਸਾਇੰਸ ਨੇ ਜਾ ਕੇ ਲੱਭਿਆ ਵੀ ਸ਼ਰਾਬ ਦਾ ਸਮੁੰਦਰ ਧਰਤੀ ਤੇ ਨਹੀਂ, ਆਸਮਾਨ 'ਚ ਆ। ਇੱਕ ਗਲੈਕਸੀ ਇਦਾਂ ਦੀ ਹੈ ਜਿਹਦੇ ਵਿੱਚ ਸ਼ਰਾਬ ਦੇ ਸਾਰੇ ਗੁਣ ਨੇ ਤੇ ਉਹਦੇ ਤੋਂ ਅੱਗੇ ਦੂਜੇ ਗ੍ਰਹਿ ਬਣਦੇ ਆ। ਅੱਜ ਵੀ ਤੁਸੀਂ ਸਪੇਸ ਦੀ ਕੁਝ ਸਰਚ ਕਰੋ, ਖੋਜ ਕਰੋ ਇੰਟਰਨੈਟ ਤੇ, ਉਹ ਕਹਿਣਗੇ ਸ਼ਰਾਬ ਦਾ ਸਮੁੰਦਰ ਅਸਮਾਨ 'ਚ।
ਜਿੱਥੋਂ ਬਾਕੀ ਗ੍ਰਹਿ ਬਣਦੇ ਸਾਰੇ। ਇਹ ਨਹੀਂ ਵੀ ਉੱਥੇ ਬੋਤਲਾਂ 'ਚ ਪਾ ਕੇ ਰੱਖੀ ਆ, ਮਹਿਫਲ ਲੱਗੀ ਆ। ਉਸ ਪੌਣ ਪਾਣੀ ਦੇ ਵਿੱਚ, ਉਸ ਵਾਤਾਵਰਨ 'ਚ ਉਨੇ ਗੁਣ ਨੇ ਜਿੰਨੇ ਸ਼ਰਾਬ 'ਚ ਗੁਣ ਨੇ। ਉਹ ਸਾਰੇ ਹੈਗੇ ਨੇ ਉਹਦੇ 'ਚ। ਤਾਂ ਇਸ ਪ੍ਰਕਾਰ 80% ਧਰਤੀ ਜਾਂ ਬ੍ਰਹਿਮੰਡ ਜਿਹੜਾ ਡਾਰਕ ਮੈਟਰ ਤੋਂ ਬਣਿਆ ਹੋਇਆ, ਸਪੇਸ ਦੇ ਵਿੱਚ ਡਾਰਕ ਮੈਟਰ ਹੀ ਹੈ। ਉਹ ਕੀ ਹੋ ਗਿਆ? ਕ੍ਰਿਸ਼ਨ ਭਾਵ ਜਿਹਦੇ ਵਿੱਚ ਸਭ ਕੁਝ ਲੈ ਹੋ ਜਾਣਾ, ਜਾ ਕੇ ਚਲੇ ਜਾਣਾ ਹੈ ਸਾਰਾ। ਇਦਾਂ ਵਾਹਿਗੁਰੂ ਜੀ ਨੂੰ ਤੁਸੀਂ ਕਹਿ ਸਕਦੇ ਆ ਵੀ ਉਹ ਗੋਰਾ ਵਾ, ਉਹ ਕਾਲਾ ਵਾ, ਤਾਂ ਮਹਾਰਾਜ ਕਹਿੰਦੇ ਇਦਾਂ ਕੋਈ ਵੀ ਨਹੀਂ ਕਹਿ ਸਕਦਾ ਹੈ, ਕਿਉਂ ਪੰਜ ਭੂਤਕ ਸਰੀਰ ਹੀ ਨਹੀਂ। ਅਰ ਰੇਖ ਭੇਖ, ਰੇਖਾ ਦਾ ਪਹਿਲਾ ਵੀ ਜ਼ਿਕਰ ਆਇਆ ਹੈ, ਹੁਣ ਫੇਰ ਕਰਦੇ ਮਹਾਰਾਜ। ਜਿੰਨਾ ਰੇਖਾ ਤੋਂ ਜੋਤਸ਼ੀ ਭਵਿੱਖ ਦੱਸਦਾ, ਇਹੋ ਜਿਹੀਆਂ ਰੇਖਾ ਨਹੀਂ। ਭੇਖ ਖਾਸ ਨਿਸ਼ਾਨੀ। ਹਰ ਸੰਪਰਦਾ ਦਾ ਭੇਖ ਹੁੰਦਾ ਹੈ। ਕੋਈ ਕਿਸੇ ਤਰ੍ਹਾਂ ਦੇ ਕੱਪੜੇ ਪਾਉਂਦੀ ਹੈ, ਕੋਈ ਕਿਸੇ ਤਰ੍ਹਾਂ ਦੇ ਕੱਪੜੇ ਪਾਉਂਦੀ ਹੈ। ਸੰਨਿਆਸੀਆਂ ਦਾ ਭੇਖ ਹੈ, ਵਿਰਾਗੀਆਂ ਦਾ ਭੇਸ ਹੈ, ਉਦਾਸੀਆਂ ਦਾ ਭੇਖ ਹੈ, ਨਿਰਮਲਿਆਂ ਦਾ ਭੇਖ ਹੈ, ਜੋਗੀ ਨੇ, ਜੰਗਮ ਨੇ, ਸਰੇਵੜੇ ਨੇ। ਤਾਂ ਮਹਾਰਾਜ ਇਸ ਭੇਖ ਦੇ ਵਿੱਚ ਨਹੀਂ, ਵਾਹਿਗੁਰੂ ਕਿਸੇ ਭੇਖ ਦੇ ਅਧੀਨ ਨਹੀਂ ਹੈ। ਤਾਂ ਸੱਚੇ ਪਾਤਸ਼ਾਹ ਕੀ ਕਹਿੰਦੇ ਹਨ? ਕੋ ਕਹਿ ਨਾ ਸਕਤ ਕੇ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਵੀ ਪੁੱਛਿਆ ਸੀ ਕਿ ਹਿੰਦੂ ਚੰਗਾ ਕਿ ਮੁਸਲਮਾਨ? ਸਵਾਲ ਕਰਨ ਵਾਲਾ ਇਦਾਂ ਦਾ ਸਵਾਲ ਕਰਦਾ ਹੈ ਕਿ ਇਹ ਵਿੱਚ ਫਸ ਜਾਵੇ। ਅਗਲਿਆਂ ਪੁੱਛਿਆ ਵੀ ਉੱਥੇ ਜਿੱਥੇ ਪਤਾ ਹੈ ਵੀ ਧੌਣ ਲਾ ਦੇਣੀ ਹੈ। ਕਿੱਥੇ ਪੁੱਛਿਆ ਸੀ? ਮੱਕੇ 'ਚ। ਕਿਸੇ 'ਚ ਜੁਰਤ ਹੈ, ਗੁਰੂ ਤੇ ਬੜੇ ਬਣੇ ਫਿਰਦੇ ਨੇ, ਆਪਣੇ ਆਪ ਨੂੰ ਬ੍ਰਹਮ ਗਿਆਨੀ ਵੀ ਬੜੇ ਅਖਵਾਉਂਦੇ। ਕੋਈ ਮੱਕੇ ਦੀ ਧਰਤੀ ਤੇ ਜਾ ਕੇ ਕਹੂਗਾ ਕਿ ਮੁਸਲਮਾਨ ਚੰਗਾ ਨਹੀਂ? ਧੰਨ ਗੁਰੂ ਨਾਨਕ ਦੇਵ ਸਾਹਿਬ ਨੂੰ ਪੁੱਛਿਆ ਹਿੰਦੂ ਚੰਗਾ ਕਿ ਮੁਸਲਮਾਨ? ਮਹਾਰਾਜ ਨੇ ਆਖਿਆ ਜਿਹਦੇ ਕੰਮ ਚੰਗੇ ਨੇ ਉਹ ਹੀ ਚੰਗਾ ਹੈ। ਇਸ ਤਰ੍ਹਾਂ ਕੋਈ ਚੰਗਾ ਨਹੀਂ। ਇਹ ਕੀ ਸੀ? ਸਤਿਗੁਰਾਂ ਦਾ ਸਰਬ ਸਾਂਝਾ ਜਵਾਬ। ਧਰਮ ਦੇ ਬੰਦੇ ਉਹੀ ਚੰਗੇ ਨੇ ਜਿਹੜੇ ਕੰਮ ਚੰਗੇ ਕਰਨ। ਵਿਸਥਾਰ ਦੇ ਵਿੱਚ ਨਾ ਜਾਵਾਂ ਤਾਂ ਮਹਾਰਾਜ ਕਿਸੇ ਭੇਖ ਦੇ ਵਿੱਚ ਨਹੀਂ ਵੀ ਆਹ ਕੱਪੜੇ ਪਾ ਲਓ ਤੇ ਰੱਬ ਮਿਲ ਜਾਊਗਾ। ਜਿੱਦਾਂ ਇੱਕ ਆਪਣਾ ਉਹ ਸੱਜਣ ਹੁੰਦਾ ਸੀ, ਉਹਨੇ ਪਹਿਲਾਂ ਮਾਲਾ ਸਿਰ ਤੇ ਬੰਨੀ। ਉਹਦਾ ਇਰਾਦਾ ਵੀ ਸ਼ਾਇਦ ਨਵਾਂ ਸਿੰਘ ਬਣਿਆ ਸੀ, ਸਿਰ ਤੇ ਬੰਨਿਆ ਹੀ ਸ਼ਾਇਦ ਰੱਬ ਮਿਲ ਪੈਂਦਾ। ਉਹ ਗੱਲ ਬਣੀ ਨਾ, ਸਿਰ ਤੇ ਵਾਵਾ ਚਿਰ ਬੰਨ ਕੇ ਰੱਖੀ। ਫੇਰ ਇੱਕ ਵਾਰੀ ਮੈਨੂੰ ਮਿਲਿਆ, ਫਿਰ ਗਲ 'ਚ ਪਾਈ ਉਹਨੇ। ਉਹਨੂੰ ਸ਼ਾਇਦ ਭੁਲੇਖਾ ਸੀ ਵੀ ਸ਼ਾਇਦ ਗਲ 'ਚ ਪਾਇਆ ਰੱਬ ਮਿਲ ਜਾਂਦਾ ਹੈ। ਫੇਰ ਉਹਨੇ ਗੁੱਟ ਤੇ ਬੰਨ ਲਈ ਦੂਜੇ ਤੀਜੇ ਸਾਲ, ਬਈ ਹੁਣ ਇੱਥੇ ਵੀ ਬੰਨ ਕੇ ਵੇਖ ਲਈ। ਹੋਰ ਤੇ 3 ਜਗ੍ਹਾ ਤੇ ਪਾਉਂਦੇ ਆ, ਜਾਂ ਕਿਸੇ ਨੇ ਸਿਰ ਤੇ ਪਾਈ ਹੁੰਦੀ, ਕਿਸੇ ਨੇ ਗਲ 'ਚ ਪਾਈ ਹੁੰਦੀ, ਕਿਸੇ ਨੇ ਗੁੱਟ ਤੇ ਬੰਨੀ ਹੁੰਦੀ। ਪਰ ਗੱਲ ਬਣੀ ਨਾ। ਅਖੀਰ ਫਿਰ ਹੱਸ ਕੇ ਕਹਿਣ ਲੱਗਾ ਫੇਰ ਨਹੀਂ ਪਈ ਆ, ਉਦਾਂ ਤੇ ਕੋਈ ਗੱਲ ਬਣੀ ਨਹੀਂ ਆ। ਮਾਲਾ ਭਾਵੇਂ ਸਿਰ ਤੇ ਪਾਲਾ, ਭਾਵੇਂ ਗਲ 'ਚ ਪਾਲਾ, ਭਾਵੇਂ ਗੁੱਟ ਤੇ ਬੰਨ ਲਾ, ਜਿੰਨਾ ਚਿਰ ਨਾਮ ਨਹੀਂ ਜਪਦਾ ਮਾਲਾ ਕੱਲਾ ਕੀ ਕਰੂਗੀ। ਜ਼ਰੂਰੀ ਨਹੀਂ ਆ ਵੀ ਧਰਮ ਦੇ ਤੁਸੀਂ ਕੱਪੜੇ ਪਾ ਲਏ, ਧਰਮ ਦੇ ਚਿੰਨ੍ਹ ਪਾ ਲਏ ਤੇ ਰੱਬ ਮਿਲੇਗਾ। ਮਹਾਰਾਜ ਕਹਿੰਦੇ ਉਹ ਕਿਸੇ ਭੇਖ ਦੇ ਅਧੀਨ ਨਹੀਂ, ਉਹ ਬੰਦਗੀ ਕਮਾਈ ਕਰਕੇ ਮਿਲਦਾ। ਦਸਵੇਂ ਪਾਤਸ਼ਾਹ ਨੇ ਇਸ ਗੱਲ ਉੱਤੇ ਬਹੁਤ ਜ਼ੋਰ ਦਿੱਤਾ। ਇੱਕ ਨਾਮ ਬਿਨਾ ਨਹੀਂ ਕੋਟ ਬ੍ਰਿਤੀ, ਇਮ ਵੇਦ ਉਚਾਰਤ ਸਾਰ ਉਸਤੀ, ਜੋ ਵਾਰ ਰਸ ਕੇ ਚਸਕੇ ਰਸ ਹੈ।
ਤੇ ਉਹ ਭੂਲ ਨਾ ਕਾਲ ਫਦਾ ਫਸ ਹੈ। ਤਾਂ ਗਰੀਬ ਨਵਾਜ ਕੀ ਕਹਿੰਦੇ ਹਨ, ਉਹ ਭੇਖ ਦੇ ਅਧੀਨ ਨਹੀਂ ਵੀ ਆਹ ਕੱਪੜੇ ਪਾਲੇ ਤੇ ਸ਼ਾਇਦ ਰੱਬ ਹੀ ਮਿਲ ਗਿਆ। ਤੇ ਕਈ ਇਹੋ ਜਿਹੇ ਸਾਧੂ ਵੀ ਨੇ ਜਿਹੜੇ ਕੱਪੜੇ ਪਾਉਂਦੇ ਹੀ ਨਹੀਂ, ਨੰਗੇ ਹੀ ਰਹਿੰਦੇ ਨੇ, ਜਿਨ੍ਹਾਂ ਨੇ ਦਿਸ਼ਾ ਰੂਪ ਬਸਤਰ ਬਣਾਏ ਨੇ। ਉਹਨਾਂ ਦੇ ਕੱਪੜੇ ਫਿਰ ਕਿਹੜੇ ਹੋਏ? ਦਿਸ਼ਾ ਰੂਪ ਬਸਤਰ। ਨਾਂਗੇ ਸਾਧੂਆਂ ਦੇ ਵੀ ਭੇਖ ਦੇ ਅਧੀਨ ਨਹੀਂ। ਤਾਂ ਕੋ ਕਹਿ ਨਾ ਸਕਤ ਕੇ, ਨਾ ਕੋਈ ਕਹਿ ਸਕਦਾ ਹੈ, ਨਾ ਕੋਈ ਕਹਾ ਸਕਦਾ ਹੈ, ਤੇ ਨਾ ਹੀ ਕਿਸੇ 'ਚ ਸ਼ਕਤੀ ਇੰਨੀ ਹੈ ਕਿ ਵਾਹਿਗੁਰੂ ਜੀ ਦੇ ਰੂਪ ਨੂੰ, ਰੰਗ ਨੂੰ, ਰੇਖ ਨੂੰ, ਭੇਖ ਨੂੰ ਕੋਈ ਦੱਸ ਸਕੇ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹੀਜੈ। ਅਚਲ ਮੂਰਤ। ਹੁਣ ਸੰਪਰਦਾਇ ਮੁਤਾਬਕ ਹਰੇਕ ਤੁਕ ਦੇ ਸ਼ਬਦ ਦੇ ਨਾਲ ਲਾਉਣਾ ਕਹੀਜੈ। ਅਚਲ ਮੂਰਤ ਕਹੀਜੈ ਅਰਥ ਕਰਨ ਲੱਗਿਆ। ਅਨਭਵ ਪ੍ਰਕਾਸ਼ ਕਹੀਜੈ, ਅਨਭਉ ਪ੍ਰਕਾਸ਼ ਕਹੀਜੈ, ਅਮਿਤੋਜ ਕਹੀਜੈ। ਅਰਥ ਕਰਨ ਲੱਗਿਆ ਕਹੀਜੇ ਦਾ ਅਨਵੈ ਹਰੇਕ ਸ਼ਬਦ ਨਾਲ ਕਰਨਾ ਹੈ। ਸੰਤਾਂ ਮਹਾਤਮਾ ਦਾ ਤਰੀਕਾ ਹੈ ਸੋਹਣਾ ਅਰਥ ਕਰਨ ਦਾ। ਤਾਂ ਗਰੀਬ ਨਵਾਜ ਕੀ ਕਹਿੰਦੇ, 10ਵੇਂ ਪਾਤਸ਼ਾਹ ਅਕਾਲ ਪੁਰਖ ਦੇ ਪੁਜਾਰੀ ਵਾਹਿਗੁਰੂ ਜੀ ਦਾ ਸਰਗੁਣ ਸਰੂਪ ਅਚਲ। ਅਚਲ ਮੈਨੇ ਚਲਾਏ ਮਾਨ ਤੋਂ ਰਹਿਤ, ਜਾਂ ਆਚ ਅਲ। ਚੱਚੇ ਚੋਂ ਕੱਢਿਆ ਐੜਾ ਤੇ ਕੀ ਬਣ ਗਿਆ? ਆਚ ਅਲ। ਅਰਥ ਕਰ ਲੱਗਿਆ ਆਚ ਮੈਨੇ ਖਾਣਾ, ਅਲ ਮੈਨੇ ਤ੍ਰਿਪਤੀ, ਰੱਜ ਜਾਣਾ। ਅੱਗੇ ਪਿਆ ਹੈ ਮੂਰਤ। ਹੁਣ ਜੇ ਆਪਾਂ ਕਰਾਂਗੇ ਵੀ ਅਚਲ ਮੂਰਤੀ, ਚਲਾਏਮਾਨ ਤੋਂ ਰਹਿਤ, ਖਤਮ ਹੋਣ ਤੋਂ ਰਹਿਤ, ਚੱਲਣ ਤੋਂ ਰਹਿਤ, ਡਿੱਗਣ ਤੋਂ ਰਹਿਤ, ਜਾਣ ਤੋਂ ਰਹਿਤ। ਮੂਰਤੀ ਤੇ ਮੂਰਤੀ ਜਿਹੜੀ ਹੁੰਦੀ ਹੈ ਉਹ ਤੇ ਟੁੱਟ ਜਾਂਦੀ ਹੈ। ਤਾਂ ਵਿਦਵਾਨ ਕਹਿੰਦੇ ਨੇ ਵੀ ਜਿਹੜਾ ਐੜਾ ਸ਼ਬਦ ਆ, ਐੜਾ ਅੱਖਰ ਆ, ਇਹ ਹਰ ਇੱਕ ਅੱਖਰ ਦੇ ਵਿੱਚ ਮੌਜੂਦ ਹੈ ਸੂਖਮ ਰੂਪ 'ਚ। ਤਾਂ ਲੱਲੇ ਜੋ ਫੇਰ ਕੱਢਿਆ ਐੜਾ, ਉਹ ਲੱਗ ਗਿਆ ਮੂਰਤ ਦੇ ਅੱਗੇ ਜਾ ਕੇ ਕੀ ਬਣ ਗਿਆ? ਆ ਮੂਰਤੀ। ਅਚਲ ਚਲਾਇਮਾਨ ਤੋਂ ਰਹਿਤ ਹੈ, ਤੇ ਆ ਮੂਰਤੀ ਉਹ ਮੂਰਤੀ ਨਹੀਂ, ਕਿਉਂ ਜਿਹੜੀ ਬਣੀ ਹੈ ਉਹ ਭੱਜਣੀ ਹੈ। ਉਹ ਇਦਾਂ ਦਾ ਨਹੀਂ ਵੀ ਸਾਡੇ ਵਾਂਗ ਪੈਦਾ ਹੋਇਆ ਤੇ ਖਤਮ ਹੋਣ ਵਾਲਾ ਹੈ। ਆ ਮੂਰਤ ਹੈ। ਜਾਂ ਫਿਰ ਅਚਲ ਮੂਰਤੀ, ਅਚ ਅਲ। ਅਚ ਮੈਨੇ ਖਾਣਾ, ਅਲ ਮੈਨੇ ਰੱਜਣਾ, ਮੂਰਤੀ ਮੈਨੇ ਸਰੂਪ। ਵਾਹਿਗੁਰੂ ਜੀ ਦਾ ਇਦਾਂ ਦਾ ਸਰੂਪ ਹੈ ਕਿ ਉਹ ਬਾਹਰਲੇ ਖਾਣੇ ਦੀ ਤ੍ਰਿਪਤੀ ਤੋਂ ਰਹਿਤ ਹੈ। ਉਹਨੂੰ ਲੋੜ ਨਹੀਂ ਬਾਹਰਲੀਆਂ ਰੋਟੀਆਂ ਦੀ। ਉਹਦਾ ਸਰੀਰ ਸਾਡੇ ਵਾਂਗ ਨਹੀਂ ਵੀ ਜੇ ਪਾਣੀ ਨਾ ਪੀਤਾ, ਰੋਟੀ ਨਾ ਖਾਧੀ ਤੇ ਜਾਨ ਨਿਕਲ ਜਾਣੀ। ਸਿਰਫ ਭਾਵਨਾ ਕਰਕੇ ਗੁਰਸਿੱਖਾਂ ਦੀ ਇੱਛਾ ਪੂਰੀ ਕਰਦਾ ਹੈ, ਨਹੀਂ ਤੇ ਐਸਾ ਸਰੂਪ ਹੈ ਨਾ ਤੇ ਇਸ ਭੁੱਖ ਪਿਆਸ ਰੱਜਾ ਧਾਇਆ, ਨਾ ਉਹਨੂੰ ਕੋਈ ਭੁੱਖ ਹੈ ਨਾ ਕੋਈ ਪਿਆਸ ਹੈ। ਤਾਂ ਅਨੁਭਉ ਪ੍ਰਕਾਸ਼। ਅਨੁਭਵ, ਅਨੁਭਵ ਦਾ ਅਰਥ ਕੀ ਹੋਇਆ? ਨਿੱਜੀ ਤਜਰਬਾ। ਐਸਾ ਗਿਆਨ ਬਾਹਰਲੇ ਸੰਸਕਾਰ ਤੋਂ ਰਹਿਤ। ਉਹਦਾ ਪ੍ਰਕਾਸ਼ ਅਨੁਭਵ ਦੇ ਵਿੱਚ ਹੁੰਦਾ ਹੈ। ਜਿਵੇਂ ਕਿਸੇ ਨੇ ਕੋਈ ਚੀਜ਼ ਖਾਧੀ, ਉਹ ਦੱਸ ਤੇ ਸਕਦਾ ਵੀ ਆਹ ਚੀਜ਼ ਖਾਧੀ, ਪਰ ਉਹਦਾ ਸਵਾਦ ਨਹੀਂ ਦੱਸ ਸਕਦਾ। ਜੇ ਦੱਸ ਵੀ ਦਵੇ, ਨੂੰ ਆਉਣ ਨਹੀਂ ਲੱਗਾ ਜਿੰਨਾ ਚਿਰ ਅਗਲਾ ਨਹੀਂ ਖਾਂਦਾ।
ਤਾਂ ਜਿਹੜਾ ਵਾਹਿਗੁਰੂ ਜੀ ਦਾ ਰਾਸ ਹੈ ਹੋਰ ਕਿਸੇ ਨੂੰ ਦੱਸ ਨਹੀਂ ਸਕਦਾ। ਜੇ ਦੱਸੇ ਤੇ ਫਿਰ ਮੰਨਿਆ ਨਹੀਂ ਜਾਂਦਾ ਹੈ, ਕਿਉਂ ਦੱਸਣ ਵਾਸਤੇ ਉਹੋ ਹੀ ਦੁਨਿਆਵੀ ਸ਼ਬਦ ਵਰਤੇਗਾ ਤੇ ਦੁਨਿਆਵੀ ਸ਼ਬਦ ਜਿਹੜੇ ਨੇ ਉਹ ਪੂਰੇ ਨਹੀਂ ਉਤਰਨਗੇ ਉਹਦੇ ਉੱਤੇ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦਸਵੇਂ ਪਾਤਸ਼ਾਹ ਵੀ ਕਹਿੰਦੇ ਜੇਤੇ ਵੱਡੋ ਗਿਆਨੀ ਤਿਨੋਂ ਜਾਨੀ ਪੈ ਬਖਾਨੀ ਨਾ ਹੈ। ਜਾਣਦੇ ਨੇ ਪਰ ਦੱਸ ਨਹੀਂ ਪੈ ਬਖਾਨੀ ਨਾ ਹੈ, ਦੱਸ ਨਹੀਂ ਸਕਦੇ। ਤਾਂ ਸਿਰਫ ਅਨੁਭਵ ਦੇ ਵਿੱਚ ਪ੍ਰਕਾਸ਼ ਜਾਣਿਆ ਜਾਂਦਾ, ਅਨੁਭਵ ਦੇ ਵਿੱਚ ਆਉਣ ਵਾਲਾ ਹੈ। ਜਿਹਨੂੰ ਵਾਹਿਗੁਰੂ ਮਿਲਿਆ ਉਹ ਹੋਰ ਕਿਸੇ ਨੂੰ ਨਹੀਂ ਦੱਸ ਸਕਦਾ। ਜੇ ਦੱਸੇ ਤੇ ਕਹਿਣ ਚਾਹੁੰਦਾ ਨਹੀਂ। ਕੁਝ ਉਹਦੀਆਂ ਨਿਸ਼ਾਨੀਆਂ ਦੱਸੀਆਂ ਨੇ ਗੁਰਬਾਣੀ 'ਚ। ਜਿਵੇਂ ਇੱਕ ਮਹਾਨ ਮਹਾਰਿਸ਼ੀ ਹੋਏ ਨਾ ਯਾਗਵਲਕ, ਉਹਨਾਂ ਨੂੰ ਸਭਾ ਦੇ ਵਿੱਚ ਬਹੁਤ ਜ਼ਿਆਦਾ ਸਵਾਲ ਕੀਤੇ, ਉਹਨਾਂ ਹਰ ਸਵਾਲ ਦਾ ਜਵਾਬ ਦਿੱਤਾ, ਪਰ ਜਦੋਂ ਉਹਨਾਂ ਨੂੰ ਵਾਹਿਗੁਰੂ ਦੀ ਗੱਲ ਪੁੱਛੀ ਉਹ ਚੁੱਪ ਹੋ ਗਏ ਤੇ ਪੁੱਛਣ ਵਾਲੇ ਨੂੰ ਬਾਂਹ ਫੜ ਕੇ ਪਾਸੇ ਲੈ ਗਏ। ਉਹ ਸਾਰੀ ਸਭਾ 'ਚ ਜਵਾਬ ਨਹੀਂ ਦਿੱਤਾ ਉਹਨਾਂ। ਬਾਕੀ ਜੋ ਪੁੱਛਿਆ ਉਹਨਾਂ ਵਿਦਵਾਨਾਂ ਦੀ ਸਭਾ 'ਚ ਦੱਸਿਆ। ਜਦੋਂ ਉਹਨਾਂ ਨੂੰ ਬ੍ਰਹਮ ਬਾਰੇ ਪੁੱਛਿਆ, ਵਾਹਿਗੁਰੂ ਜੀ ਬਾਰੇ ਪੁੱਛਿਆ ਤੇ ਉਹ ਚੁੱਪ ਹੋ ਗਏ। ਇੱਕ ਉੱਥੇ ਨਾਸਤਕ ਬੈਠਾ ਸੀ ਜਿਹੜਾ ਉਹਨਾਂ ਨਾਲ ਈਰਖਾ ਕਰਦਾ ਸੀ। ਵਿਦਵਾਨ ਉਹ ਵੀ ਬੜਾ ਸੀ ਪਰ ਉਹ ਈਰਖਾ ਵੀ ਕਰਦਾ ਸੀ। ਉਹਨੇ ਗੱਲ ਉਡਾ ਦਿੱਤੀ ਕਿ ਯਾਗਵਲਕ ਨੂੰ ਵੇਖੋ ਜਵਾਬ ਨਹੀਂ ਆਇਆ। ਪਰ ਜਿਹੜੇ ਸਿਆਣੇ ਵਿਦਵਾਨ ਸੀ ਉਹ ਹੱਸ ਪਏ। ਉਹ ਕਹਿੰਦੇ ਇਹਦਾ ਜਵਾਬ ਹੀ ਚੁੱਪ ਆ, ਵੀ ਜਿੰਨੇ ਰੱਬ ਨੂੰ ਪਾ ਲਿਆ ਉਹ ਬੋਲ ਕੇ ਦੱਸ ਨਹੀਂ ਸਕਦਾ। ਉਹ ਕਹਿੰਦੇ ਐਵੇਂ ਈਰਖਾ 'ਚ ਸੜਿਆ ਫਿਰਦਾ ਵਾ, ਇਹਦਾ ਜਵਾਬ ਹੀ ਚੁੱਪ ਆ। ਜਿਉਂ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਉਹਨੇ ਰੌਲਾ ਪਾਤਾ ਯਾਗਵਲਕ ਜੀ ਨੂੰ, ਇਹ ਜਵਾਬ ਹੀ ਨਹੀਂ ਆਇਆ। ਜਿਹੜੇ ਨਾਲ ਦੇ ਸਤਿਪੁਰਖ ਸੀ ਉਹ ਕਹਿੰਦੇ ਇਹਦਾ ਜਵਾਬ ਹੀ ਚੁੱਪ ਆ। ਤਾਂ ਅਨੁਭਵ ਪ੍ਰਕਾਸ਼ ਜਿਹੜਾ ਅਨੁਭਵ ਦੇ ਵਿੱਚ ਜਾਣਿਆ ਜਾਂਦਾ ਹੈ, ਸਵੈ ਸੰਵੇਦ ਹੈ, ਪਰ ਸੰਵੇਦ ਨਹੀਂ ਮੰਨਿਆ ਜਾ ਸਕਦਾ। ਜਾਂ ਫਿਰ ਸੱਚੇ ਪਾਤਸ਼ਾਹ ਕਹਿੰਦੇ ਹਨ ਅਨਭਉ ਪ੍ਰਕਾਸ਼ ਕਹਿ ਜੈ। ਕਿਹਾ ਜਾਂਦਾ ਹੈ ਅਨ ਹੋਰ ਭਉ ਤੋਂ ਰਹਿਤ, ਭਉ ਮੈਨੇ ਡਰ ਤੋਂ ਰਹਿਤ। ਜਾਂ ਅਨ ਜਿਹੜੇ ਹੋਰ ਨੇ ਉਹ ਉਹਦੇ ਡਰ ਦੇ ਵਿੱਚ ਨੇ, ਉਹਦੇ ਭੈ ਦੇ ਵਿੱਚ ਨੇ, ਉਹਦੇ ਹੁਕਮ ਦੇ ਵਿੱਚ ਨੇ। ਜਿਵੇਂ ਬਾਣੀ ਕਹਿੰਦੀ ਹੈ ਨਾ ਕਿ ਡਰਪੈ ਧਰਤ ਆਕਾਸ਼ ਨਖਤਰਾ, ਡਰਪੈ ਇੰਦਰ ਵਿਚਾਰਾ। ਪੌਣ ਪਾਣੀ ਬੈ ਸੰਤਰ ਡਰਪੈ, ਸਿਰ ਊਪਰ ਅਮਰ ਕਰਾਰਾ। ਰਾਜਸ ਸਾਤਕ ਤਾਮਸ ਡਰਪੈ, ਕੇਤੇ ਰੂਪ ਪਾਇਆ। ਛਲ ਬਪੁਰੀ ਇਹ ਕੌਲਾ ਡਰਪੈ, ਆਤ ਡਰਪੈ ਧਰਮ ਰਾਇਆ। ਤੇ ਤੈਤਰੀਏ ਉਪਨਿਸ਼ਦ ਦੇ ਵਿੱਚ ਐਸੀ ਵਿਆਖਿਆ ਦੇ ਬਚਨ ਆਉਂਦੇ ਨੇ ਵੀ ਭੈ ਦਿਸ ਅਗਨੀ ਸਤਪਤੀ, ਭੈ ਦੇ ਵਿੱਚ ਹੀ ਅੱਗ ਜਿਹੜੀ ਹੈ ਉਹ ਬਲਦੀ ਪਈ ਹੈ। ਤੇ ਭੈ ਦੇ ਵਿੱਚ ਹੀ ਸੂਰਜ ਲਿਸ਼ਕ ਰਿਹਾ ਹੈ। ਉਹ ਤਾਂ ਇੱਥੋਂ ਤੱਕ ਕਹਿ ਦਿੰਦੇ ਭੈ ਦੇ ਵਿੱਚ ਹੀ ਇੰਦਰ ਬੱਦਲ ਮੀਂਹ ਪਾਉਂਦੇ ਨੇ ਤੇ ਭੈ ਦੇ ਵਿੱਚ ਹੀ ਹਵਾ ਚੱਲਦੀ ਹੈ। ਤੇ ਪੰਜਵੀਂ ਮੌਤ ਵੀ ਭੈ 'ਚ, ਮ੍ਰਿਤਿਉ ਧਾਵਤੀ ਪੰਚਮਾ, ਪੰਜਵੀਂ ਮੌਤ ਵੀ ਉਹਦੇ ਭੈ 'ਚ।
ਸਭ ਕੁਝ ਭੈ 'ਚ ਹੀ ਹੈ। ਵਾਹਿਗੁਰੂ ਜੀ ਦੇ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਤਾਂ ਸਤਿਗੁਰੂ ਕੀ ਕਹਿੰਦੇ ਹਨ? ਸਗਲ ਸਮਗਰੀ ਡਰਹਿ ਵਿਆਪੀ, ਬਿਨ ਡਰ ਕਰਨੇ ਹਾਰਾ। ਅਨ ਹੋਰ ਭਉ ਮੈਨੇ ਡਰ ਦੇ ਵਿੱਚ ਨੇ ਸਾਰੇ। ਪ੍ਰਕਾਸ਼ ਦੇਖੇ ਜਾਂਦੇ ਨੇ, ਦੇਖਣ ਵਿੱਚ ਆਉਂਦੇ ਨੇ ਕਿ ਸਭ ਉਹਦੇ ਭੈ 'ਚ ਨੇ, ਹੁਕਮ 'ਚ ਨੇ। ਕਹੋ ਨਾਨਕ ਭਗਤਨ ਕਾ ਸੰਗੀ, ਭਗਤ ਸੋ ਹੈ ਦਰਬਾਰਾ। ਤਾਂ ਸਾਰਾ ਸੰਸਾਰ ਉਹਦੇ ਭੈ 'ਚ ਹੈ। ਤੇ ਉਪਨਿਸ਼ਦਾਂ 'ਚ ਇੱਕ ਗੱਲ ਕਮਾਲ ਦੀ ਲਿਖੀ ਆ, ਮੌਤ ਵੀ ਉਹਦੇ ਭੈ 'ਚ। काल हूं के काल, महाकाल हूं के काल है। मौत भी उहदे भै च। तां इस प्रकार महापुरुषां बड़े अर्थ कीते ने। अनभव प्रकाश अगे कहिंदे ने, अमित ओज कहिजै। अमित जमा ओज, ओज कहिंदे बल नूं, ताकत नूं। अमित कहिंदे मिणती तो रहत, उहदे विच ओज बल है, ताकत है, शक्ति है, बरकत है। गुरु साहब की ने समुंदर ते जेड़ियां बरकतां गुरसिखां तो ने, महात्मा तो ने। जिवें समुंदर विचों 1 2 4 बाल्टियां कोई पानी दियां कढ लवे, समुंदर नूं की फर्क पैंदा है? गुरु साहब इन्नियां बरकतां दे मालक ने। अमित मिणती तो रहत, ओज बल वाले हन। जे अमित शब्द का अर्थ वखरा करिए ओज नालों, ऐड़ा मैंने रहत, मित मैंने मर्यादा। ओदी मर्यादा समझ नहीं आउंदी, वो किसी मर्यादा च नहीं बझा होया। वो दुनियावी किसी भी मर्यादा च नहीं आता है। जिवें महाराज जी कहते ना, राजा श्रिम मित नहीं जानी तेरी। हे वाहिगुरु, तेरी मित मर्यादा नहीं कोई जान सकता, तेरे संतन की हो चेरी। तां ऐसा वो वाहिगुरु परमेश्वर कहिजै कहा जाता है। कोट इंद्र इंद्राण, साहे साहान गणिजै। इस तुक दे अर्थ कर लग्या महापुरुष कहंदे गणिजै नूं, गणिजै शब्द नूं हरेक नाल अनवय करो। कोट इंद्र इंद्राण गणिजै, कोट साहे साहान गणिजै अर्थ कर लगे। इंद्र की हो गया? देवतियां दा राजा। इंद्राण की हो गया? उहदा बहुवचन। जां दुनियावी तौर ते इंद्र की है? रजिया होया, वो की है? राजा, दुनियावी राजे। तां कोट इंद्र इंद्राण, साहे साहान गणिजै। गणिजै गिणिया जाता है, वो करोड़ां इंद्रां दा भी इंद्र। करोड़ां इंद्र एक बन्ने खड़े कर लो, वाहिगुरु दे बराबर नहीं। ते जे इंद्र का अर्थ करिए जिन्हों इंद्रियां दे विषे मिले ने, ते सब तो ज़्यादा इंद्रियां दे विषे किहदे पूरे हुंदे आ? दुनियावी राजियां दे। जिन्हां कोले पैसा वो की हो गया? राजा। वो राजियां दा भी राजा है, करोड़ां बादशाहां दा भी श्रोमणी बादशाह है। इसे तरह साहे साहान फारसी दे विच शाह की है? बादशाह। वो करोड़ां बादशाहां दा भी बादशाह कहा जाता है, गणिजै गिणिया जाता है। करोड़ां बादशाह उहदे बराबर नहीं। ते पंजाबी दे विच साहे सहान दा अर्थ की होया? शाहूकार। शाह की हो गया? शाहूकार। करोड़ां शाहूकार भी उहदे बराबर नहीं। वो शाहूकारां दा भी, धनाडां दा भी धनाड़ गिणिया जाता है।
ਉਹਦੇ ਤੋਂ ਵੱਡਾ ਕੋਈ ਸ਼ਾਹੂਕਾਰ ਨਹੀਂ ਜਿਹਦੇ ਖਜ਼ਾਨੇ ਮੁੱਕਦੇ ਹੀ ਨਹੀਂ ਪਏ। ਦਿੰਦਾ ਦੇ, ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਪਤਾ ਨਹੀਂ ਕਿੱਡੇ ਕੁ ਭੰਡਾਰੇ ਨੇ ਉਹ ਸ਼ਾਹੂਕਾਰ ਦੇ, ਵਾਹਿਗੁਰੂ ਦੇ। ਜਿਵੇਂ ਮਹਾਂਪੁਰਖਾਂ ਨੇ ਸਾਖੀ ਦਰਜ ਕੀਤੀ ਹੈ, ਜੂਨਾਗੜ੍ਹ ਦਾ ਇਲਾਕਾ ਗੁਜਰਾਤ ਦੇ ਵਿੱਚ, ਇੱਕ ਉੱਥੇ ਭਗਤ ਰਹਿੰਦਾ ਸੀ, ਬ੍ਰਾਹਮਣਾਂ ਦਾ ਸਰੀਰ ਸੀ, ਨਾਮ ਸੀ ਨਰਸੀ। ਨਰਸੀ ਭਗਤ ਪ੍ਰਸਿੱਧ ਹੋਇਆ ਬੜਾ, ਤੇ ਸ਼੍ਰੀ ਨਾਭਾ ਭਗਤ ਮਾਲ ਦੇ ਵਿੱਚ ਉਹਨਾਂ ਨੇ ਦਰਜ ਕੀਤਾ ਹੈ ਕਿ ਬਾਕੀ ਜਿਹੜੇ ਬ੍ਰਾਹਮਣ ਸੀ, ਭਾਈਚਾਰਾ ਸੀ, ਉਹ ਉਹਦੇ ਨਾਲ ਈਰਖਾ ਕਰਦਾ ਸੀ, ਉਹਦੀ ਪ੍ਰਸਿੱਧੀ ਕਰਕੇ, ਉਹਦਾ ਸਤਿਕਾਰ ਕਰਕੇ, ਮਾਣ ਕਰਕੇ, ਵਡਿਆਈ ਕਰਕੇ। ਉਹ ਕੁਝ ਨਾ ਕੁਝ ਯਤਨ ਕਰਦੇ ਰਹਿੰਦੇ ਸੀ ਵੀ ਨਰਸੀ ਭਗਤ ਦਾ ਨਾਮ ਕਿਸੇ ਤਰ੍ਹਾਂ ਖਰਾਬ ਹੋਵੇ, ਪਰ ਵਾਹਿਗੁਰੂ ਪਰਮੇਸ਼ਰ ਉਹਨਾਂ ਦੀ ਗੱਲ ਬਣ ਨਹੀਂ ਸੀ ਦਿੰਦਾ। ਇੱਕ ਵਾਰ ਕੁਦਰਤੀ ਇਹੋ ਜਿਹਾ ਸਮਾਂ ਬਣ ਗਿਆ, ਪਿੰਡ ਦੇ ਵਿੱਚ ਕੁਝ ਸੰਤ ਆਏ, ਉਹ ਚੱਲੇ ਸੀ ਦਵਾਰਕਾ ਯਾਤਰਾ ਤੇ। ਉਹਨਾਂ ਕੋਲੇ ਪੈਸਾ ਸੀ ਜਿਹੜਾ ਜਾ ਕੇ ਉਹਨਾਂ ਲੰਗਰ ਭੰਡਾਰਾ ਕਰਨਾ ਸੀ ਉੱਥੇ। ਉਹਨਾਂ ਸੋਚਿਆ ਵੀ ਰਾਹ ਦੇ ਵਿੱਚ ਕੋਈ ਲੁੱਟ ਲਵੇਗਾ ਤੇ ਹੋਵੇ ਨਾ ਕੋਈ ਇਦਾਂ ਦਾ ਸ਼ਾਹੂਕਾਰ ਹੋਵੇ ਜਿਹਨੂੰ ਪੈਸੇ ਇੱਥੇ ਜਮ੍ਹਾਂ ਕਰਾ ਦਈਏ ਤੇ ਉਹ ਹੁੰਡੀ ਲਿਖ ਦੇ। ਡਰਾਫਟ ਸਿਸਟਮ ਚੱਲਦਾ ਨਾ ਅੱਜ ਕੱਲ੍ਹ, ਪੁਰਾਣੇ ਸਮੇਂ ਨੂੰ ਹੁੰਡੀ ਕਹਿੰਦੇ ਹੁੰਦੇ ਸੀ। ਉਹ ਕਾਗਜ਼ ਲਿਖਦੇ, ਸਾਈਨ ਕਰਦੇ, ਤਰੀਕ ਪਾ ਦੇ, ਪੈਸੇ ਪਾ ਦੇ ਵੀ ਉੱਥੇ ਜਾ ਕੇ ਫਲਾਣੇ ਸ਼ਾਹੂਕਾਰ ਤੋਂ ਲੈ ਲਿਓ। ਸ਼ਾਹੂਕਾਰਾਂ ਦਾ ਆਪਸ ਵਿੱਚ ਚੱਲਦਾ ਹੁੰਦਾ ਕੰਮ। ਉਹਨੇ ਲਿਖ ਦੇਣੇ ਵੀ ਮੈਨੂੰ ਇੱਥੇ ਮਿਲ ਗਏ ਤੇ ਇਹਨਾਂ ਨੂੰ ਉੱਥੇ ਦੇ ਦਿਓ। ਇਹ ਤਰੀਕਾ ਸੀ ਚੋਰਾਂ ਤੋਂ ਬਚਣ ਦਾ। ਉਹ ਕਿਤੇ ਇਹਨਾਂ ਦੇ ਭਾਈਚਾਰੇ ਨੂੰ ਪਤਾ ਲੱਗ ਗਿਆ ਤੇ ਭਾਈਚਾਰੇ ਨੇ ਸੋਚਿਆ ਵੀ ਹੁਣ ਬਹੁਤ ਵਧੀਆ ਮੌਕਾ ਵਾ ਨਰਸੀ ਨੂੰ ਬਦਨਾਮ ਕਰਨ ਦਾ। ਉਹਨਾਂ ਰਲ ਮਿਲ ਕੇ ਆਖਿਆ, ਸੰਤ ਜੀ ਸ਼ਾਹੂਕਾਰ ਤੇ ਬਹੁਤ ਵੱਡਾ ਵਾ ਪਰ ਛੇਤੀ ਮੰਨਦਾ ਨਹੀਂ। ਉਹ ਕਹਿੰਦੇ ਕੌਣ ਹੈ? ਕਹਿੰਦਾ ਸਾਡੇ, ਉਹ ਬ੍ਰਾਹਮਣ ਕਹਿਣ ਲੱਗੇ ਸਾਡੇ ਭਾਈਚਾਰੇ ਚੋਂ ਹੀ ਆ, ਨਾਮ ਉਹਦਾ ਨਰਸੀ ਆ, ਤੇ ਦਿਖਾਵਾ ਬੜਾ ਕਰਦਾ, ਐਵੇਂ ਕੱਖਾਂ ਦੀ ਛੰਨ ਪਾ ਕੇ ਰਹਿੰਦਾ ਵਾ, ਸਭ ਤੋਂ ਅਮੀਰ ਬੰਦਾ ਵਾ, ਤੇ ਛੇਤੀ ਉਹਨੇ ਮੰਨਣਾ ਨਹੀਂ, ਬੜੇ ਤਗੜੇ ਹੋ ਗਏ, ਤੁਹਾਨੂੰ ਮਨਾਉਣਾ ਪੈਣਾ ਵਾ। ਸੰਤਾਂ ਦਾ ਹਿਰਦਾ ਸਾਫ਼ ਹੁੰਦਾ, ਭੋਲੇ ਭਾਲੇ ਸੰਤ ਰੱਬ ਤੇ ਯਕੀਨ ਕਰਨ ਵਾਲੇ, ਉਹ ਸੱਚੀ ਗੱਲ ਮੰਨ ਗਏ ਵੀ ਨਰਸੀ ਬਹੁਤ ਧਨਾੜ ਆ। ਤੇ ਉਹ ਪੁੱਛਦੇ ਪਛਾਉਂਦੇ ਪਿੰਡ 'ਚ ਨਰਸੀ ਭਗਤ ਤੋਂ ਚਲੇ ਗਏ, ਜਿਹੜੇ ਵਿਚਾਰੇ ਇੰਨੇ ਗਰੀਬ ਵੀ ਕੱਖਾਂ ਦੀ ਕੁੱਲੀ ਪਾ ਕੇ ਰਹਿੰਦੇ। ਉਹਨਾਂ ਬੜੀ ਸੇਵਾ ਕੀਤੀ, ਆਓ ਭਗਤ ਕੀਤੀ, ਸੰਤ ਜਾਣ ਕੇ ਬਹੁਤ ਸ਼ਰਧਾ ਭਾਵਨਾ ਨਾਲ ਮਾਣ ਕੀਤਾ, ਚਾਅ ਚੜ ਗਿਆ, ਸਤਸੰਗ ਹੋਇਆ। ਤੇ ਉਹਨਾਂ ਸੰਤਾਂ ਨੇ ਫਿਰ ਸਮਾਂ ਕਾਫੀ ਉਹ ਚੱਲਿਆ। ਸੰਖੇਪ 'ਚ ਬੇਨਤੀ ਕਰਾਂ, ਉਹ ਸੰਤ ਜਿਹੜੇ ਯਾਤਰਾ ਤੇ ਚੱਲੇ ਸੀ ਭਗਤ ਲੋਕ, ਉਹ ਕਹਿਣ ਲੱਗੇ ਨਰਸੀ ਜੀ ਵੀ ਅਸੀਂ ਸੁਣਿਆ ਵੀ ਤੁਸੀਂ ਬਹੁਤ ਵੱਡੇ ਸ਼ਾਹੂਕਾਰ ਹੋ, ਤੇ ਤੁਸੀਂ ਇੱਥੇ ਗਿਣ ਕੇ ਪੈਸੇ ਲੈ ਲਓ ਤੇ ਸਾਨੂੰ ਹੁੰਡੀ ਲਿਖ ਦਿਓ, ਅਸੀਂ ਦਵਾਰਕਾ ਜਾ ਕੇ ਲੈ ਲਾਂਗੇ। ਹੁਣ ਉਹਨਾਂ ਪਹਿਲਾਂ ਐ ਪੱਟੀ ਪੜਾਈ ਸੀ ਵੀ ਇਹਨੇ ਮੰਨਣਾ ਨਹੀਂ, ਤੇ ਨਰਸੀ ਨੇ ਕੀ ਮੰਨਣਾ ਸੀ, ਉਹ ਤੇ ਸ਼ਾਹੂਕਾਰ ਹੈ ਹੀ ਨਹੀਂ ਸੀ। ਉਹ ਹੱਸ ਕੇ ਕਹਿਣ ਲੱਗੇ, ਮਹਾਤਮਾ ਲੋਕੋ, ਮਹਾਂਪੁਰਸ਼ੋ, ਤੁਹਾਨੂੰ ਕਿਸੇ ਨੇ ਭਰਮ 'ਚ ਪਾਤਾ ਵੀ ਜੇ ਮੈਂ ਧਨਾੜ ਹੁੰਦਾ ਤੇ ਕੱਖਾਂ ਦੀ ਕੁੱਲੀ 'ਚ ਹੀ ਰਹਿੰਦਾ। ਉਹ ਸੰਤ ਕਹਿਣ ਲੱਗੇ, ਸੰਤਾਂ ਨੂੰ ਕੌਣ ਭਰਮ 'ਚ ਪਾ ਸਕਦਾ? ਗੱਲ ਤੇ ਸੱਚੀ ਹੈ। ਮਹਾਤਮਾ ਨੂੰ ਕੌਣ ਭਰਮ 'ਚ ਪਾ ਸਕਦਾ? ਨਾ ਉਹ ਮਰੇ ਨਾ ਠਾਗੇ ਜਾਏ, ਜਿਨ ਕੈ ਰਾਮ ਵਸੈ ਮਨ ਮਾਹੇ। ਤੇ ਤੁਸੀਂ ਬੇਨਤੀ ਮੰਨੋ, ਅਖੀਰ ਬੇਨਤੀ ਕਰਾਂ ਕਿ ਜ਼ੋਰ ਇੰਨਾ ਦਿੱਤਾ ਵੀ ਵਧੋ ਵਧੀ ਉਹਨਾਂ ਨੇ ਕਾਗਜ਼ ਲਿਖਾ ਹੀ ਲਿਆ।
ਤੇ ਨਰਸੀ ਜੀ ਨੇ ਵੀ ਸੋਚਿਆ ਵੀ ਵਾਹਿਗੁਰੂ ਦੀ ਕੋਈ ਮਰਜ਼ੀ ਹੋਊਗੀ, ਇਹ ਧੱਕੇ ਨਾਲ ਹੀ ਪੈਸਾ ਦੇਈ ਜਾਂਦੇ ਆ। ਉਹਨਾਂ ਚੁੱਪ ਕਰਕੇ ਇੱਕ ਚਿੱਠੀ ਲਿਖਤੀ, ਡਰਾਫਟ ਬਣਾਤਾ, ਤਰੀਕ ਪਾਤੀ ਤੇ ਉੱਤੇ ਲਿਖ ਦਿੱਤਾ ਸਾਵਲ ਸ਼ਾਹ। ਵੀ ਸ਼ਾਹੂਕਾਰ ਕਿਹੜਾ ਦਵਾਰਕਾ 'ਚ ਰਹਿੰਦਾ, ਸਾਵਲ ਸ਼ਾਹ, ਉਹਨੂੰ ਜਾ ਕੇ ਮਿਲ ਲਿਓ, ਸਭ ਤੋਂ ਵੱਡਾ ਸ਼ਾਹੂਕਾਰ ਆ, ਤੇ ਉਹਨੂੰ ਜਾ ਕੇ ਹੁੰਡੀ ਦੇ ਦਿਓ ਤੇ ਆਪਦੇ ਪੈਸੇ ਗਿਣ ਕੇ ਚੁੱਕ ਲਿਓ ਉੱਥੋਂ। ਖੁਸ਼ੀ ਖੁਸ਼ੀ ਭਗਤ ਚੱਲ ਪਏ, ਸੰਤ ਚੱਲ ਪਏ ਯਾਤਰਾ ਨੂੰ। ਜਿਹੜੀ ਨਰਸੀ ਜੀ ਤੋਂ ਮਾਇਆ ਸੀ ਉਹਨਾਂ ਨੇ ਸੇਵਾ ਚਲਾਤੀ। ਹੁਣ ਜਦੋਂ ਦਵਾਰਕਾ ਪਹੁੰਚਦੇ ਨੇ, ਉੱਥੇ ਕੋਈ ਸ਼ਾਹੂਕਾਰ ਹੀ ਨਹੀਂ ਇਸ ਨਾਮ ਦਾ। ਹੋਰ ਬੜੀਆਂ ਦੁਕਾਨਾਂ ਨੇ, ਸ਼ਾਹੂਕਾਰ ਨੇ, ਪਰ ਇਸ ਨਾਂ ਦਾ ਕੋਈ ਨਹੀਂ। ਸਾਰੀ ਦਿਹਾੜੀ ਲੱਭਦੇ ਰਹੇ, ਅਖੀਰ ਦੁਖੀ ਹੋ ਕੇ ਸਮੁੰਦਰ ਦੇ ਕੰਢੇ ਤੇ ਬਹਿ ਕੇ ਜਾ ਕੇ। ਇੰਨੇ ਚਿਰ ਨੂੰ ਵਾਹਿਗੁਰੂ ਪਰਮੇਸ਼ਰ ਨੇ ਸੋਚਿਆ ਕਿ ਹੁਣ ਇਹ ਸਾਧੂ ਨਾਰਾਜ਼ ਹੋ ਰਹੇ ਨੇ, ਦੁਖੀ ਹੋ ਰਹੇ ਨੇ, ਤੇ ਇਹਨਾਂ ਦਾ ਕੰਮ ਕਰ ਦਈਏ। ਕਿਉਂ ਸਾਵਲ ਸ਼ਾਹ ਕਿਹਦਾ ਨਾਮ ਆ? ਵਾਹਿਗੁਰੂ ਦਾ। ਤਾਂ ਕਹਿੰਦੇ ਪਰਮੇਸ਼ਰ ਨੇ ਆਪਣੀ ਮਾਇਆ ਨਾਲ ਇੱਕ ਖੇਡ ਬਣਾਈ ਕਿ ਰੱਥ ਤੇ ਚੜਿਆ ਆਉਂਦਾ ਹੈ। ਨੌਕਰ ਨੇ, ਉਹਨਾਂ ਨੌਕਰਾਂ ਨੇ ਜਾ ਕੇ ਉਹਨਾਂ ਸੰਤਾਂ ਨੂੰ ਜਿਹੜੇ ਦੁਖੀ ਹੋ ਕੇ ਬੈਠੇ ਇਹਨਾਂ ਵੀ ਸ਼ਾਇਦ ਧੋਖਾ ਹੋ ਗਿਆ, ਵੀ ਭਗਤ ਇਦਾਂ ਦਾ ਲੱਗਦਾ ਨਹੀਂ ਸੀ, ਉਹਨਾਂ ਨੇ ਜਾ ਕੇ ਨੌਕਰਾਂ ਨੇ ਆਖਿਆ ਵੀ ਤੁਹਾਨੂੰ ਸਾਵਲ ਸ਼ਾਹ ਸਾਦਾ ਹੈ। ਉਹ ਸਾਰੇ ਸੰਤ ਰੱਥ ਦੇ ਲਾਗੇ ਆਏ। ਸਾਵਲ ਸ਼ਾਹ ਕੌਣ ਹੈ? ਵਾਹਿਗੁਰੂ। ਉਹ ਰੱਥ ਚੋਂ ਥੱਲੇ ਉਤਰਿਆ ਤੇ ਥੱਲੇ ਉਤਰ ਕੇ ਕਹਿਣ ਲੱਗੇ ਵੀ ਕਿਹਦੇ ਪਾਸ ਨਰਸੀ ਦੀ ਹੁੰਡੀ ਆ? ਉਹਨਾਂ ਕੱਢ ਕੇ ਦੇ ਦਿੱਤੀ ਤੇ ਜਿਹੜੇ ਬੋਰੀ ਦੇ ਵਿੱਚ ਪੈਸੇ ਸੀ ਉਹਨਾਂ ਭਵਾ ਕੇ ਥੱਲੇ ਮਾਰੇ ਤੇ ਕਹਿੰਦੇ ਆਪਦੇ ਗਿਣ ਕੇ ਸਮੇਤ ਵਿਆਜ ਚੁੱਕ ਲਓ। ਉਹ ਸੰਤ ਹੱਥ ਜੋੜ ਕੇ ਕਹਿਣ ਲੱਗੇ ਸਾਵਲ ਸ਼ਾਹ ਜੀ, ਅਸੀਂ ਤੇ ਤੈਨੂੰ ਬਹੁਤ ਲੱਭਿਆ। ਉਹ ਅੱਗਿਓਂ ਸਾਵਲ ਸ਼ਾਹ ਕਹਿੰਦਾ ਤੁਸੀਂ ਮੈਨੂੰ ਬਾਜ਼ਾਰਾਂ 'ਚ ਲੱਭਦੇ ਫਿਰਦੇ ਹੋ, ਮੈਂ ਬਾਜ਼ਾਰਾਂ 'ਚ ਰਹਿੰਦਾ ਵਾਂ। ਕਹਿੰਦੇ ਮਹਾਰਾਜ ਤੁਸੀਂ ਕਿੱਥੇ ਹੁੰਨੇ? ਕਹਿੰਦੇ ਜਾਂ ਸਤਸੰਗ 'ਚ ਹੁੰਨੇ ਆ, ਜਾਂ ਇਕਾਂਤ 'ਚ ਹੁੰਨੇ ਆ, ਮਨ ਦੀ ਸ਼ਾਂਤੀ 'ਚ ਹੁੰਨੇ, ਇਕਾਗਰਤਾ 'ਚ ਹੁੰਨੇ। ਮੈਂ ਮਿਲਦਾ ਸਤਸੰਗ ਵਿੱਚ। ਉਹ ਸੰਤਾਂ ਦਾ ਇਰਾਦਾ ਵੀ ਖਣੀ ਇਹ ਧਰਮੀ ਬੰਦਾ ਵਾ, ਜ਼ਿਆਦਾ ਗੁਰਦੁਆਰੇ ਬੈਠਾ ਰਹਿੰਦਾ ਹੋਊਗਾ, ਮੰਦਰ ਬੈਠਾ ਰਹਿੰਦਾ ਹੋਊਗਾ। ਪਰ ਮਹਾਰਾਜ ਨੇ ਕੀ ਆਖਿਆ? ਬਾਜ਼ਾਰਾਂ 'ਚ ਨਾ ਮੈਨੂੰ ਲੱਭ, ਜੇ ਲੱਭਣਾ ਤੇ ਸਤਸੰਗ 'ਚ ਲੱਭ, ਇਕਾਂਤ ਵਿੱਚ ਲੱਭ। ਚਲੋ ਉਹਨਾਂ ਪੈਸੇ ਦੇ ਦਿੱਤੇ ਤੇ ਆਖਿਆ ਅੱਜ ਦਾ ਪ੍ਰਸ਼ਾਦਾ ਮੇਰੇ ਵੱਲ। ਪ੍ਰਸ਼ਾਦਾ ਛਕਾਇਆ। ਅਗਲੇ ਦਿਨ ਉਹ ਸੰਤਾਂ ਕੀ ਦੇਖਿਆ? ਇੱਕ ਚਿੱਠੀ ਲਿਖ ਕੇ ਦੇ ਦਿੱਤੀ ਸਾਵਲ ਸ਼ਾਹ ਨੇ, ਜਿਹਦੇ ਵਿੱਚ ਲਿਖਿਆ ਸੀ ਵੀ ਨਰਸੀ ਜੀ ਮੈਂ ਤੁਹਾਡਾ ਨੌਕਰ ਹਾਂ। ਕਲਗੀਧਰ ਕੀ ਕਹਿੰਦੇ ਇੱਕ ਸਾਧ ਕੇ ਅਧੀਨ, ਵਾਹਿਗੁਰੂ ਪਰਮੇਸ਼ਰ ਸੰਤਾਂ ਦੇ ਅਧੀਨ, ਮੈਂ ਤੁਹਾਡਾ ਨੌਕਰ ਹਾਂ, ਦੁਕਾਨ ਵੀ ਤੁਹਾਡੀ ਹੈ ਤੇ ਮੈਨੂੰ ਕੰਮ ਦੱਸਦੇ ਰਿਹਾ ਕਰੋ, ਫਿਰ ਮੈਂ ਖੁਸ਼ ਰਹਿਣਾ ਵਾਂ। ਜਦੋਂ ਤੁਸੀਂ ਮੈਨੂੰ ਕੰਮ ਨਹੀਂ ਨਾ ਕੋਈ ਕਹਿੰਦੇ, ਫਿਰ ਮੈਂ ਉਦਾਸ ਹੋ ਜਾਂਦਾ ਵਾਂ। ਤੇ ਇਹ ਤੁਹਾਡੀ ਦੁਕਾਨ ਹੈ ਦਵਾਰਕਾ, ਤੇ ਮੈਂ ਤੁਹਾਡਾ ਨੌਕਰ ਹਾਂ, ਗਾਂ ਵੀ ਸੇਵਾ ਦਿਓ। ਇਹ ਚਿੱਠੀ ਲਿਖ ਕੇ ਫੜਾਤੀ ਤੇ ਪੈਸੇ ਤੁਹਾਡੇ ਸੰਤਾਂ ਨੂੰ ਦੇਤੇ ਆ, ਸਮੇਤ ਵਿਆਜ ਗਿਣ ਕੇ। ਚਲੋ ਚਿੱਠੀ ਲੈ ਕੇ ਵਾਪਸ ਆਏ, ਬੜੇ ਖੁਸ਼ ਹੋਏ। ਹੁਣ ਨਰਸੀ ਨੂੰ ਪਤਾ ਸੀ ਵੀ ਸਾਵਲ ਸ਼ਾਹ ਦਾ ਤੇ ਸ਼ਾਹੂਕਾਰ ਹੀ ਰੱਬ ਆ, ਹੋਰ ਤੇ ਕੋਈ ਹੈ ਨਹੀਂ। ਤੇ ਜਦੋਂ ਨਰਸੀ ਜੀ ਨੂੰ ਪਤਾ ਲੱਗਾ ਵੀ ਮੇਰੀ ਹੁੰਡੀ ਰੱਬ ਨੇ ਤਾਰੀ ਆ, ਉਹ ਕਹਿੰਦੇ ਵਿਰਾਗ 'ਚ ਆ ਗਏ। ਤੇ ਫਿਰ ਹੌਸਲਾ ਕਰਕੇ ਪੁੱਛਿਆ ਵੀ ਫਿਰ ਸਾਵਲ ਸ਼ਾਹ ਦਾ ਹੁਲੀਆ ਕਿੱਦਾਂ ਦਾ ਸੀ? ਉੱਥੇ ਜੋ ਭਗਤ ਮਾਲਾ 'ਚ ਲਿਖਿਆ ਵੀ ਅਟਪਟੀ ਜੀ ਪੱਗ
ਥੱਲੇ ਧੋਤੀ ਬੰਨੀ, ਢਿੱਡ ਥੋੜਾ ਜਿਹਾ ਬਾਹਰ ਨਿਕਲਿਆ ਧੋਤੀ ਤੋਂ, ਸ਼ਾਹੂਕਾਰਾਂ ਵਾਲਾ ਰੂਪ, ਲੱਕ ਦੇ ਨਾਲ ਕਮਰ ਕੱਸਾ ਤੇ ਕੰਨ ਦੇ ਉੱਤੇ ਪੈਨਸਲ, ਕਛ ਦੇ ਵਿੱਚ ਵਹੀ ਖਾਤਾ। ਇਹ ਰੂਪ ਸੁਣ ਕੇ ਸਾਰੀ ਰਾਤ ਨਾਲੇ ਸਤਸੰਗ ਕਰਦੇ ਰਹੇ ਤੇ ਨਾਲੇ ਹੱਸਦੇ ਰਹੇ। ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਹਿੰਦੇ ਨੇ, ਕੋਟ ਸਾਹੇ ਸਾਹਾਨ ਗਣਿਜੈ। ਹੇ ਵਾਹਿਗੁਰੂ, ਸ਼ਾਹੂਕਾਰ ਤੇ ਬੜੇ ਨੇ, ਪਰ ਭਗਤਾਂ ਦੇ ਬਚਨ ਮੰਨਣ ਵਾਲਾ, ਭਗਤਾਂ ਦੀਆਂ ਅਰਦਾਸਾਂ ਮੰਨਣ ਵਾਲਾ ਤੇ ਭਗਤਾਂ ਦੀਆਂ ਹੁੰਡੀਆਂ ਤਾਰਨ ਵਾਲਾ ਇੱਕ ਤੂੰ ਹੀ ਕਰੋੜਾਂ ਸ਼ਾਹੂਕਾਰਾਂ ਦੇ ਵਿੱਚੋਂ ਸ਼ਾਹੂਕਾਰ ਹੈ। ਤਾਂ ਗੁਰਮੁਖੀ ਦੇ ਵਿੱਚ, ਪੰਜਾਬੀ ਦੇ ਵਿੱਚ ਕੀ ਅਰਥ ਹੋ ਗਿਆ? ਜਿਹੜਾ ਸ਼ਾਹੂਕਾਰਾਂ ਦਾ ਵੀ ਸ਼ਾਹੂਕਾਰ ਹੈ। ਤਾਂ ਸੱਚੇ ਪਾਤਸ਼ਾਹ ਸਮਾਪਤੀ ਕਰਦੇ ਹੋਏ ਪਹਿਲੇ ਛੰਦ ਦੀ ਫਰਮਾਉਂਦੇ ਹਨ, ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤਿੰਨਾਂ ਭਵਨਾਂ ਦੇ ਮਹੀਪ ਰਾਜੇ, ਹਰ ਸ਼ਬਦ ਦੇ ਨਾਲ ਕੀ ਕਹਿਣਾ? ਨੇਤ ਨੇਤ ਬਨ ਤ੍ਰਿਣ ਕਹਿਤ। ਤਿੰਨਾਂ ਭਵਨਾਂ ਦੇ ਸਵਰਗ ਲੋਕ, ਮਾਤ ਲੋਕ ਤੇ ਇਹ ਧਰਤੀ, ਇੱਥੋਂ ਦੇ ਰਾਜੇ ਵੀ ਕੀ ਕਹਿੰਦੇ ਨੇ? ਨੇਤ ਨੇਤ ਬੇਅੰਤ ਹੈ, ਨਾ ਇਤੀ ਨਾ ਇਤੀ ਬੇਅੰਤ ਹੈ। ਹੋਰ ਕੌਣ? ਸੁਰ, ਦੇਵਤੇ ਵੀ ਨੇਤ ਨੇਤ ਬੇਅੰਤ ਬੇਅੰਤ ਕਹਿੰਦੇ ਨੇ। ਹੋਰ ਕੌਣ? ਨਰ, ਮਨੁੱਖ ਵੀ ਬੇਅੰਤ ਕਹਿੰਦੇ ਨੇ ਕਿ ਵਾਹਿਗੁਰੂ ਜੀ ਤੇਰਾ ਅੰਤ ਨਹੀਂ ਪਾਇਆ ਜਾਂਦਾ। ਔਰ ਅਸੁਰ ਜਿਹੜੇ ਹਨ ਇਹ ਵੀ ਬੇਅੰਤ ਕਹਿੰਦੇ ਹਨ। ਹੋਰ ਵੀ ਕੋਈ ਕਹਿੰਦਾ ਹੈ ਬਣ ਤ੍ਰਿਣ, ਜਿਹੜੇ ਬਣਾ ਵਿੱਚ ਤੇ ਤ੍ਰਿਣਾਂ ਵਿੱਚ ਵੀ ਸੂਖਮ ਜੀਵ ਨੇ, ਭਾਵੇਂ ਕੋਈ ਅਸਥੂਲ ਨੇ ਤੇ ਭਾਵੇਂ ਅਸਥੂਲ ਕਿੱਥੇ, ਬਣਾ ਜੰਗਲਾਂ 'ਚ, ਤੇ ਸੂਖਮ ਕੀੜੀਆਂ ਜਾਂ ਸੂਖਮ ਜੀਵ ਛੋਟੇ ਉਹ ਕਿੱਥੇ ਰਹਿੰਦੇ? ਤੀਲਿਆਂ 'ਚ, ਘਾਹ 'ਚ, ਧਰਤੀ 'ਚ। ਉਹ ਵੀ ਤੈਨੂੰ ਨੇਤ ਨੇਤ ਬੇਅੰਤ ਬੇਅੰਤ ਕਹਿੰਦੇ ਨੇ ਕਿ ਤੇਰਾ ਅੰਤ ਨਹੀਂ ਪਾਇਆ ਜਾਂਦਾ। ਜਾਂ ਮਹਾਰਾਜ ਕੀ ਕਹਿੰਦੇ, ਮਹਾਂਪੁਰਖ ਕੀ ਕਹਿੰਦੇ ਅਰਥ ਕਰਦੇ ਹੋਏ, ਬਨ ਤ੍ਰਿਣ, ਜਿਹੜੇ ਬਨ ਜੰਗਲਾਂ 'ਚ ਘਾਹ ਆਦਿਕ, ਕੰਧ ਮੂਲ ਆਦਿਕ ਖਾਣ ਵਾਲੇ ਯੋਗੀ ਨੇ, ਤਪਸਵੀ ਨੇ, ਉਹਨਾਂ ਤਪ ਇੰਨਾ ਕੀਤਾ ਕਿ ਖਾਣਾ ਵੀ ਛੱਡ ਦਿੱਤਾ, ਕੰਧ ਮੂਲ ਹੀ ਖਾਂਦੇ ਰਹੇ। ਉਹ ਵੀ ਕਹਿੰਦੇ ਨੇ ਕਿ ਵਾਹਿਗੁਰੂ ਤੇਰਾ ਅੰਤ ਨਹੀਂ ਪਾਇਆ ਜਾਂਦਾ। ਜਿੰਨਾ ਰੋਟੀ ਵੀ ਛੱਡੀ, ਜੰਗਲਾਂ 'ਚ ਫਲ ਫੁੱਲ ਹੀ ਖਾ ਛੱਡੇ। ਜਾਂ ਬਣ ਕਹਿੰਦੇ ਨੇ ਅਸਥੂਲ ਨੂੰ, ਤ੍ਰਿਣ ਕਹਿੰਦੇ ਨੇ ਸੂਖਮ ਨੂੰ। ਜਿਨ੍ਹਾਂ ਦੀ ਬਿਰਤੀ ਸੂਖਮ ਹੋ ਚੁੱਕੀ ਹੈ, ਅਸਥੂਲ ਬਾਹਰਲੇ ਸੰਸਾਰ 'ਚੋਂ ਸੂਖਮ ਹੋ ਗਈ ਹੈ, ਮਨ ਚਿੱਤ ਬਿਰਤੀ ਇਕਾਗਰ ਹੋ ਗਿਆ ਹੈ, ਉਹ ਕਹਿੰਦੇ ਨੇ ਕਿ ਨਾ ਇਤੀ, ਨਾ ਤੇ ਵਾਹਿਗੁਰੂ ਹੈ ਸਰੀਰ, ਨਾ ਹੈ ਮਨ, ਨਾ ਹੈ ਬੁੱਧ, ਉਹ ਤਾਂ ਆਤਮ ਸਰੂਪ ਹੈ, ਇਹ ਕੁਝ ਵੀ ਨਹੀਂ ਹੈ। ਇਸ ਪ੍ਰਕਾਰ ਸਾਰੇ ਤੇਰੀ ਉਸਤਤ ਕਰਦੇ ਹਨ। ਤੋ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਣਤ ਸੁਮਤ। ਤਬ ਤੇਰਾ ਸਰਬ ਨਾਮ, ਸਾਰੇ ਨਾਂ ਕੌਣ ਕਥਨ ਕਰ ਸਕਦਾ ਹੈ? ਕੋਈ ਵੀ ਤੇਰੇ ਸਾਰੇ ਨਾਮ ਨਹੀਂ ਉਚਾਰਨ ਕਰ ਸਕਦਾ। ਏਕ ਜੀ ਗੁਣ ਕਮਨ ਬਖਾਨੈ, ਸਹਿਸ ਫਨੀ ਸੇਖ ਅੰਤ ਨਾ ਜਾਣੈ। ਸ਼ੇਸ਼ਨਾਗ ਵੀ ਜਿਹਦੀਆਂ 1000 ਜਿਹਵਾਂ ਨੇ, ਉਹ ਵੀ ਤੇਰੇ ਅੰਤ ਨਹੀਂ ਪਾ ਸਕਦਾ ਨਾਮ ਨਵੇਂ ਤੋਂ ਨਵੇਂ ਰੱਖ ਕੇ। ਹੇ ਵਾਹਿਗੁਰੂ, ਤੇਰੇ ਸਾਰੇ ਨਾਵਾਂ ਦਾ ਕੋਈ ਵੀ ਉਚਾਰਨ ਨਹੀਂ ਕਰ ਸਕਦਾ ਹੈ। ਜਿਵੇਂ ਸੱਚੇ ਪਾਤਸ਼ਾਹ ਕਹਿੰਦੇ ਨਾ, ਕਮਨ ਜੋਗ ਕੌਣ ਗਿਆਨ ਧਿਆਨ। ਕੌਣ ਕਹਿ ਸਕਦਾ ਹੈ? ਕੋਈ ਵੀ ਨਹੀਂ ਕਹਿ ਸਕਦਾ। ਕਰਮ ਨਾਮ ਵਰਨਤ ਸੁਮਤ, ਕੀਤੇ ਹੋਏ ਕਰਮ ਜਿਹੜੇ ਤੁਸੀਂ ਪਰਉਪਕਾਰ ਕੀਤੇ ਨੇ, ਜਿਹੜੇ ਤੁਸੀਂ ਕਰਮ ਕਾਰਜ ਕੀਤੇ ਨੇ, ਔਰ ਜਿਹੜੇ ਤੁਸੀਂ ਕਾਰਜ ਕਰਦੇ ਹੋ, ਉਤਪਤੀ ਪਾਲਣਾ ਸੰਘਾਰ ਆਦਿਕ ਜਿਹੜੇ ਦੇਖਣ ਚਾਹੁੰਦੇ ਨੇ, ਉਹ ਕੁਝ ਕਹਿਣ ਦਾ
ਯਤਨ ਕਰਦਾ ਹਾਂ। ਦਸਵੇਂ ਪਾਤਸ਼ਾਹ ਕਹਿੰਦੇ ਸ੍ਰੇਸ਼ਟ ਸੁਮਤ, ਸ੍ਰੇਸ਼ਟ ਮਤ ਨਾਲ। ਜਾਂ ਸਵਾਲ ਕੀਤਾ ਕਿ ਇਹ ਜਿਹੜੀ ਮੇਰੀ ਮੱਤ ਹੈ ਵਿਸ਼ਿਆਂ 'ਚ ਫਸੀ ਹੋਈ, ਇਹ ਸ੍ਰੇਸ਼ਟ ਕਿੱਦਾਂ ਹੋਵੇ ਜੀ? ਭਰੀਐ ਮਤ ਪਾਪਾਂ ਕੇ ਸੰਗ, ਇਹ ਮੇਰੀ ਮਤ ਸ਼ੁੱਧ ਕਿੱਦਾਂ ਹੋਵੇ? ਤਾਂ ਮਹਾਰਾਜ ਕਹਿੰਦੇ ਫਿਰ ਉਹਦੇ ਕਰਮ ਨਾਮ ਜ਼ਬਾਨ ਨਾਲ ਉਹਦੀ ਉਸਤਤ ਕਰ, ਕਰਮ ਨਾਮ ਲੈ, ਫਿਰ ਕੀ ਹੋਊਗਾ? ਤੇਰੀ ਜਿਹੜੀ ਮਤ ਆ ਉਹ ਸ੍ਰੇਸ਼ਟ ਹੋ ਜਾਵੇਗੀ, ਉਹ ਸਾਫ਼ ਹੋ ਜਾਵੇਗੀ। ਨਾਮ ਜਪਣ ਦੇ ਪ੍ਰਤਾਪ ਕਰਕੇ ਉਹ ਨਿਰਮਲ ਹੋ ਜਾਵੇਗੀ। ਤਾਂ ਦਸਵੇਂ ਪਾਤਸ਼ਾਹ ਕਹਿਣ ਤੋਂ ਭਾਵ ਵੀ ਸਾਰੇ ਨਾਵਾਂ ਨੂੰ ਕੋਈ ਵੀ ਨਹੀਂ ਗਿਣ ਸਕਦਾ। ਕੁਝ ਕਹਿਣ ਦਾ ਯਤਨ ਕਰਦਾ ਜਿਹੜੇ ਤੇਰੇ ਕਰਮਾਂ ਕਰਕੇ ਪਏ ਨੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅੱਗੇ ਵਾਸਤੇ ਸਾਰੀ ਸੰਗਤ ਨੇ ਸੁਮਤ ਬਖਸ਼ਣੀ। ਲੇਖੈ ਕਤੇ ਨਾ ਛੁਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ, ਤੋ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਣਤ ਸੁਮਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।